ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਹੈ ਤੁਹਾਡੇ ਸਾਰਿਆਂ ਦੇ? ਉਮੀਦ ਕਰਦਾ ਠੀਕ-ਠਾਕ ਹੋਵੋਗੇ, ਜਿੱਥੇ ਵੀ ਹੋਵੋਗੇ ਰਾਜੀ ਖੁਸ਼ੀ ਹੋਵੋਗੇ। ਪਿਛਲੇ ਕਾਫ਼ੀ ਦਿਨਾਂ ਤੋਂ ਉਮੀਦਾਂ ਲੱਗ ਰਹੀਆਂ ਸੀਗੀਆਂ ਕਿ ਕੁਛ ਚੰਗਾ ਹੋਊਗਾ ਤੇ ਆਖਿਰ ਨੂੰ ਕਾਫ਼ੀ ਸਾਰੇ ਪੋਜ਼ਿਟਿਵ ਰਿਜ਼ਲਟ ਦੇਖਣ ਨੂੰ ਮਿਲ ਰਹੇ, ਪੋਜ਼ਿਟਿਵ ਚੀਜ਼ਾਂ ਆਈਆਰਸੀਸੀ ਵੱਲੋਂ ਕੀਤੀਆਂ ਜਾ ਰਹੀਆਂ। ਸੋ ਕੁਛ ਜਿਹੜੇ ਆਈਆਰਸੀਸੀ ਦੇ ਅਪਡੇਟ ਆ, ਉਹਨਾਂ ਦੇ ਬਾਰੇ ਅੱਜ ਆਪਾਂ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਆਰਸੀਆਈਸੀ ਜਿਹੜੇ ਮੈਂਬਰ ਨੇ ਅਮਨਦੀਪ ਸਿੰਘ ਢਿੱਲੋਂ ਸਾਡੇ ਨਾਲ ਇਸ ਚਰਚਾ ਦੇ ਵਿੱਚ ਹੋਣਗੇ। ਤੇ ਬਾਈ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਿਮਰ ਤੇ ਸਤਿ ਸ਼੍ਰੀ ਅਕਾਲ ਸਾਰੇ ਦੇਖਣ ਵਾਲਿਆਂ ਤੇ ਨਾਲ ਜੁੜਨ ਵਾਲਿਆਂ ਨੂੰ। ਤੇ ਬਾਈ ਜੀ, ਫਿਰ ਕਹਿੰਦੇ ਵੀ ਜਿਵੇਂ ਪਿੱਛੇ ਜੇ ਇਮੀਗ੍ਰੇਸ਼ਨ ਮਿਨਿਸਟਰ ਨੇ ਵੀ ਕਹਿੰਦੇ ਵੀ ਐਲਾਨ ਕੀਤੇ ਸੀ, ਬਹੁਤ ਵੱਡੇ ਐਲਾਨ ਕੀਤੇ ਵੀ ਚੱਕ ਲਓ, ਧਰ ਲਓ, ਨੱਪ ਲਓ, ਕਰ ਲਾਂਗੇ। ਸਟੂਡੈਂਟਾਂ ਵਾਸਤੇ ਵੀ ਕੀਤੇ, ਪੀਆਰ ਜੀ ਵਾਲਿਆਂ ਵਾਸਤੇ ਵੀ ਕੀਤੇ, ਵਰਕ ਪਰਮਿਟ ਵਾਲਿਆਂ ਵਾਸਤੇ ਵੀ ਕੀਤੇ, ਤੇ ਉਹ ਗੱਲ ਕਿੱਧਰ ਨੂੰ ਜਾਂਦੀ ਦਿਖਦੀ ਆ? ਹਾਂਜੀ, ਉਹਨਾਂ ਦਾ ਜਿਵੇਂ ਮੈਂ ਪਿਛਲੀ ਵਾਰੀ ਵੀ ਗੱਲ ਕਹੀ ਸੀ ਵੀ ਉਹਦਾ ਇਮੀਡੀਏਟ ਇਫੈਕਟ ਆ ਜਿਹੜਾ ਉਹ ਆਪਾਂ ਨੂੰ ਆਉਣ ਵਾਲੇ ਥੋੜੇ ਟਾਈਮ ਦੇ ਵਿੱਚ ਅਜੇ ਦਿਖਣ ਲੱਗੂਗਾ ਤੇ ਦਿਖਣ ਵੀ ਅਜੇ ਆਪਾਂ ਨੂੰ ਜਿਹੜੀਆਂ ਪੀਆਰ ਵਾਲੀਆਂ ਫਾਈਲਾਂ ਨੇ ਤਾਂ ਜਿਹੜੀਆਂ ਉਹਨਾਂ ਵਾਸਤੇ ਪ੍ਰਾਇੋਰਟੀ ਨੇ ਉਹਨਾਂ ਤੇ ਲੱਗੂਗਾ। ਆਪਣੇ ਵਾਲੀਆਂ ਫਾਈਲਾਂ ਉਹੀ 52 ਵੀਕ ਵਾਲੀਆਂ ਚੱਲ ਰਹੀਆਂ, ਰਿਜ਼ਲਟ ਆਏ ਤੁਸੀਂ ਦੇਖ ਹੀ ਲਏ ਸਾਰੇ। ਮੈਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ ਵੀ ਉਹਦੇ ਨਾਲ ਦੇ ਰਿਜ਼ਲਟ ਆਉਣਗੇ ਤੇ ਆ ਰਹੇ ਆ, ਬਟ ਨਵੀਆਂ ਫਾਈਲਾਂ ਨੂੰ ਹੱਥ ਨਹੀਂ ਪਾ ਰਹੇ। ਸੋ ਉਹਦੇ 'ਚ ਇਹੀ ਆ ਵੀ ਜਿਹੜੀਆਂ ਇੱਥੇ ਵਾਲੀਆਂ ਕੁਛ ਫਾਈਲਾਂ ਨੇ ਅੰਦਰ ਵਾਲੀਆਂ ਉਹ ਤੁਰੀਆਂ ਨੇ। ਮੇਰੀਆਂ ਕਈ ਫਾਈਲਾਂ ਸੀ ਜਿਹੜੀਆਂ ਬਹੁਤ ਟਾਈਮ ਤੋਂ ਉਹਨਾਂ ਤੇ ਹਿੱਲ ਜੁਲ ਹੀ ਨਹੀਂ ਸੀ, ਉਹ ਤੁਰੀਆਂ। ਪੀਜੀਪੀ ਵਾਲੀਆਂ ਫਾਈਲਸ ਚੱਕੀਆਂ ਇਹਨਾਂ ਨੇ, ਪੇਰੈਂਟ ਗ੍ਰੈਂਡ ਪੇਰੈਂਟ ਪ੍ਰੋਗਰਾਮ ਵਾਲੀਆਂ, ਉਹਦੀਆਂ ਕਾਫੀ ਰਿਕੁਐਸਟ ਆ ਰਹੀਆਂ ਨੇ। ਸੋ ਕੰਮ ਹੋਇਆ, ਥੋੜ੍ਹਾ ਬਹੁਤਾ ਹੋਇਆ ਤੇ ਬਟ ਹੋਇਆ ਉਹਨਾਂ ਫਾਈਲਾਂ ਤੇ ਆ ਜਿਹੜੇ ਅਗੇਨ ਜਿਹੜੀਆਂ ਆਪਾਂ ਕਹਿ ਰਹੇ ਸੀ ਵੀ ਇਹਨਾਂ ਵਾਸਤੇ ਪ੍ਰਾਇੋਰਟੀ ਆ। ਬਾਈ ਜੀ, ਅੱਜ ਵਾਲੀ ਵੀਡੀਓ ਦੇ 4 ਮੁੱਦੇ ਆ। ਪਰਮਾਨੈਂਟ ਰੈਜ਼ੀਡੈਂਸੀ ਵਾਲਿਆਂ ਦਾ ਵੀ ਇੱਕ ਟਰੈਕਰ ਉਹਨਾਂ ਨੇ ਕਰਤਾ ਲਾਂਚ ਤੇ ਲਾਈਵ ਕਰਤਾ, ਤੇ ਜੀ ਉਹਦੇ ਬੈਨੀਫਿਟ ਵੀ ਤੁਸੀਂ ਦੱਸਿਓ ਵੀ ਕਿੰਨੇ ਕੁ ਫਾਇਦੇ ਹੈਗੇ ਆ। ਤੇ ਨਾਲ ਦੀ ਨਾਲ ਹੁਣ ਉਸ ਟਰੈਕਰ ਦੇ ਵਿੱਚ ਕੀ ਸਪਾਊਸ ਓਪਨ ਵਰਕ ਪਰਮਿਟ ਵਾਲੇ ਆਪਦੀਆਂ ਫਾਈਲਾਂ ਟੈਗ ਕਰ ਸਕਣਗੇ, ਐਡ ਕਰ ਸਕਣਗੇ, ਵੀ ਟਰਾਂਸਪੇਰੈਂਟ ਜਾਂ ਹੋ ਜੂ ਕੰਮ ਜਾਂ ਨਹੀਂ, ਉਹਦੇ ਬਾਰੇ ਵੀ ਆਪਾਂ ਗੱਲ ਕਰਨੀ ਆ। ਨਾਲ ਦੀ ਨਾਲ ਤੀਜਾ ਮੁੱਦਾ ਬਾਈ ਜੀ ਹੈਗਾ ਕਿ ਕਿਊਬਿਕ ਦੇ ਵਿੱਚ ਸਟੂਡੈਂਟਾਂ ਦੇ ਨਾਲ ਬਹੁਤ ਵੱਡਾ ਸਕੈਮ ਹੋਇਆ ਜੀ। ਜੀ ਠੀਕ ਹੈ, ਉਹਨਾਂ ਦੀ ਜ਼ਿੰਦਗੀ ਬਾਰੇ ਤੁਸੀਂ ਜਾਣੀ ਕਿ ਪਿੱਛੇ ਜੇ ਤੁਸੀਂ ਅੱਜ ਹੀ ਡਿਸਕਸ ਕੀਤਾ ਕਿ ਇੱਕ ਮੀਟਿੰਗ ਹੋਈ, ਉਹਦੇ ਬਾਰੇ ਮਾੜਾ ਜਿਹਾ ਚਾਨਣਾ ਪਾ ਦਿਓ। ਤੇ ਚੌਥਾ ਵੀ ਜਿਹੜਾ ਇਹ ਸਾਰਾ ਕੁਛ ਚੇਂਜਸ ਹੋ ਰਿਹਾ, ਜਿਹੜੀਆਂ ਟੀਆਰਬੀ ਵਾਲੀਆਂ ਐਪਲੀਕੇਸ਼ਨਾਂ, ਉਹਨਾਂ ਦੇ ਲਈ ਬੈਨੀਫਿਟ ਕੀ ਹੋ ਸਕਦਾ? ਤੇ ਨਾਲ ਦੀ ਨਾਲ ਸਕੈਮ ਤੇ ਫਰਾਡ ਨੂੰ ਲੈ ਕੇ ਵੀ ਆਪਾਂ ਗੱਲਾਂ ਬਾਤਾਂ ਕਰਨੀਆਂ, ਕਿਉਂਕਿ ਆਈਆਰਸੀਸੀ ਬਹੁਤ ਜ਼ਿਆਦਾ ਸਟ੍ਰਿਕਟ ਹੋ ਰਹੀ ਆ ਰਾਈਟ ਨਾਓ। ਤੁਸੀਂ ਜੀ ਵੀ ਮੇਲ ਉਹਨਾਂ ਦੀਆਂ ਜਿਹੜੀਆਂ ਟਵੀਟ ਦੇਖ ਰਹੇ ਹੋ ਕਿ ਫਲਾਣੇ ਬੰਦੇ ਤੋਂ ਤੁਸੀਂ ਆਪਦੀ ਐਪਲੀਕੇਸ਼ਨ ਲਵਾਓ, ਉਹ ਇਹਦੇ ਬਾਰੇ ਵੀ ਆਪਾਂ ਗੱਲ ਕਰਨੀ ਹੈ। ਪਹਿਲਾਂ ਤਾਂ ਆਪਾਂ ਨਾ ਤੁਹਾਡੇ ਨਾਲ ਸਕਰੀਨ ਤੇ ਸਾਂਝਾ ਕਰ ਦਈਏ, ਠੀਕ ਹੈ, ਵੀ ਜਿਹੜਾ ਸਾਰੇ ਜਾਣੇ ਵੇਟ ਕਰ ਰਹੇ ਕਾਫੀ ਟਾਈਮ ਤੋਂ ਬਾਈ ਜੀ ਵੀ ਆਹ ਚੀਜ਼ ਏਦਾਂ ਨਹੀਂ, ਏਦਾਂ ਹੋਣੀ ਚਾਹੀਦੀ। ਸੋ ਆਹ ਦੇਖੋ ਜੀ ਤੁਹਾਡੇ ਸਾਹਮਣੇ ਆ, ਠੀਕ ਹੈ ਜੀ, ਆਹ ਚੀਜ਼ ਜੀ। ਜੀ ਤਾਂ ਬਾਈ ਜੀ ਇਹਦਾ ਦੱਸੋ ਮਾੜਾ ਜਿਹਾ ਵੀ ਇਹ ਕੀ ਮਸਲਾ ਸਾਰਾ? ਸੋ ਮਸਲਾ ਸਿਮਰ, ਜਿੱਥੋਂ ਤੱਕ ਤਾਂ ਆਪਾਂ ਪਹਿਲਾਂ ਇੰਪੋਰਟੈਂਟ ਜਿਹੜਾ ਸਵਾਲ ਆਪਾਂ ਪਹਿਲਾਂ ਹੀ ਉਹਦੇ ਤੇ ਪਹੁੰਚ ਜਾਂਦੇ ਹਾਂ ਵੀ ਸਪਾਊਜ਼ਲ ਓਪਨ ਵਰਕ ਪਰਮਿਟ 'ਚ ਇਹਦਾ ਕੋਈ ਫਾਇਦਾ ਹੈ। ਸੋ ਉਹਦੀ ਜੇ ਆਪਾਂ ਗੱਲ ਕਰੀਏ ਤਾਂ ਆਪਾਂ ਨੂੰ ਇਹਦੀ ਪਹਿਲੀ ਲਾਈਨ ਆ ਜਿਹੜੀ ਜਿਹਦੇ ਅੱਗੇ ਉਹਨਾਂ ਨੇ ਉਹ ਆਈ ਪਾ ਕੇ ਲਿਖਿਆ, ਉਹ ਦੁਬਾਰੇ ਪੜ੍ਹਨ ਦੀ ਲੋੜ ਆ। ਅੱਛਾ ਜੀ। ਸੋ ਉਹ ਲਾਈਨ ਕਹਿੰਦੀ ਆ ਵੀ ਦਿਸ ਟਰੈਕਰ ਇਜ਼ ਕਰੰਟਲੀ ਓਨਲੀ ਫॉर ਪੀਪਲ ਸਪਾਂਸਰਿੰਗ ਔਰ ਬੀਇੰਗ ਸਪਾਂਸਰਡ ਐਸ ਅ ਸਪਾਊਸ ਪਾਰਟਨਰ ਔਰ ਡਿਪੈਂਡੈਂਟ ਚਾਈਲਡ। ਤੇ ਲਿੰਕ ਤੇ ਜੇ ਅੱਗੇ ਤੁਸੀਂ ਜਾਓਗੇ ਵੀ ਤਾਂ ਇਹ ਤੁਹਾਨੂੰ ਸਪਾਊਜ਼ਲ ਤੇ ਡਿਪੈਂਡੈਂਟ ਚਾਈਲਡ ਸਪਾਂਸਰਸ਼ਿਪ ਵਾਲੇ ਤੇ ਲੈ ਜਾਂਦਾ। ਸੋ ਬੇਸਿਕਲੀ ਇਹ ਲਿੰਕ ਜੀ ਸਿਰਫ ਤੇ ਸਿਰਫ ਜਿਹੜੀਆਂ ਪੀਆਰ ਦੀਆਂ ਸਪਾਊਜ਼ਲ ਫਾਈਲਸ ਨੇ ਉਹਨਾਂ ਵਾਸਤੇ ਕੰਮ ਕਰ ਰਿਹਾ। ਇਹਦੇ 'ਚ ਹੋਰ ਕੋਈ ਵੀ ਪੀਆਰ ਦੀ ਫਾਈਲ, ਨਾ TR2 ਪੀਆਰ ਦੀ, ਨਾ ਕਿਸੇ PNP ਦੀ, ਨਾ ਕਿਸੇ CEC ਦੀ, ਨਾ FSW ਦੀ, ਕਿਸੇ ਫਾਈਲ ਦਾ ਕੋਈ ਮਸਲਾ ਨਹੀਂ। ਸਿਰਫ ਤੇ ਸਿਰਫ ਸਪਾਊਜ਼ਲ ਜਿਹੜੀਆਂ ਪੀਆਰ ਦੀਆਂ ਫਾਈਲਸ ਨੇ ਉਹਨਾਂ ਵਾਸਤੇ ਕੰਮ ਕਰ ਰਿਹਾ। ਸੋ ਦੂਜਾ ਮੈਂ ਇਹਦੇ 'ਚ ਦੱਸ ਦਿੰਦਾ ਵੀ ਮੈਨੂੰ ਇਹ ਲੱਗਿਆ ਵੀ ਇੱਕ ਤਰ੍ਹਾਂ ਮਿਨਿਸਟਰ ਹੋਰਾਂ ਨੇ ਆਪਣਾ ਵਾਅਦਾ ਵੀ ਪਗਾਤਾ, ਬਟ ਐਟ ਦਾ ਐਂਡ ਵੀ ਵਿੱਚੋਂ ਨਿਕਲਿਆ ਕੁਛ ਵੀ ਨਹੀਂ। ਕਿਉਂਕਿ ਮੈਂ ਕੱਲ ਇੱਕ ਆਪਣੀ ਫਾਈਲ ਸੀ, ਮੈਂ ਕਿਹਾ ਵੀ ਆਪਾਂ ਚੈੱਕ ਤਾਂ ਕਰੀਏ ਕੀ ਕਰਦਾ, ਤੇ ਮੈਂ ਉਸ ਫਾਈਲ ਦੇ ਇਹਦੇ ਵਿੱਚ ਸਾਰਾ ਡਾਟਾ ਭਰਿਆ। ਮੈਂ ਇਹਨੂੰ ਖੋਲ੍ਹਿਆ ਤੇ ਜਦ ਮੈਂ ਇਹਨੂੰ ਖੋਲ੍ਹਿਆ ਉਹ ਮੈਨੂੰ ਉਸ ਪੇਜ ਤੇ ਲੈ ਗਿਆ ਜਿਹੜਾ ਪੇਜ ਜੋ ਸਾਡਾ ਆਥੋਰਾਈਜ਼ਡ ਪੇਡ ਰਿਪਰੈਜ਼ੈਂਟੇਟਿਵ ਪੋਰਟਲ ਦੇ ਵਿੱਚ ਜਿਹੜੀ ਮੈਨੂੰ ਪ੍ਰੋਗਰੈਸ ਦਿਖਦੀ ਹੁੰਦੀ ਆ। ਸੋ ਇਹਦਾ ਮਤਲਬ ਕੀ ਹੋਇਆ? ਹੁਣ ਇਹਦਾ ਮਤਲਬ ਸਿਰਫ ਇੰਨਾ ਹੀ ਹੋਇਆ ਵੀ ਮੈਂ ਤਾਂ ਉਹ ਪ੍ਰੋਗਰੈਸ ਰੋਜ਼ ਹੀ ਦੇਖਦਾ ਸੀ। ਮੈਂ ਤਾਂ ਉਹ ਪ੍ਰੋਗਰੈਸ ਜਦੋਂ ਮੇਰਾ ਜੀ ਕਰੇ ਮੈਂ APR 'ਚ ਲੌਗਇਨ ਕਰਕੇ ਦੇਖ ਸਕਦਾ। ਬਸ ਮੈਨੂੰ ਫਾਇਦਾ ਇੰਨਾ ਹੀ ਹੋਇਆ
ਵੀ ਜਿਹੜੇ ਮੇਰੇ ਕਲਾਇੰਟ ਨੇ ਮੈਂ ਉਹਨਾਂ ਨੂੰ ਲਿੰਕ ਭੇਜਤਾ, ਮੈਂ ਉਹਨਾਂ ਨੂੰ ਲਿੰਕ ਭੇਜ ਕੇ ਕਿਹਾ ਕਿ ਹੁਣ ਤੁਸੀਂ ਰੋਜ਼ ਇਹਦੇ 'ਚ ਲੌਗਇਨ ਕਰਨਾ ਤੇ ਚੈੱਕ ਕਰਨਾ ਵੀ ਕੀ ਹੋ ਰਿਹਾ, ਤੇ ਜੋ ਮੈਂ ਦੇਖ ਸਕਦਾ ਤੁਸੀਂ ਵੀ ਦੇਖ ਸਕਦੇ ਹੋ। ਇਸ ਕਰਕੇ ਵੀ ਜਿਹੜਾ ਉਹ ਉਹਨਾਂ ਦਾ ਹਫ਼ਤੇ ਬਾਅਦ ਮੈਨੂੰ ਫੋਨ ਆਉਂਦਾ ਸੀ ਵੀ ਬਾਈ ਜੀ ਕੀ ਬਣਿਆ, ਉਹ ਮੇਰੇ ਵਾਸਤੇ ਭਾਰ ਘਟ ਗਿਆ ਤੇ ਇਹਦਾ ਇੰਨਾ ਹੀ ਮੈਨੂੰ ਫਾਇਦਾ ਦਿਖ ਰਿਹਾ। ਬਾਈ ਜੀ ਫਿਰ ਗੁੱਡ ਨਿਊਜ਼ ਤਾਂ ਇੱਕ ਚੰਗੀ ਖਬਰ ਤਾਂ ਆਪਾਂ ਸਪਾਊਸਲ ਪੀਆਰ ਵਾਲੇ ਉਹਨਾਂ ਵਾਸਤੇ ਮੰਨ ਸਕਦੇ ਹਾਂ ਕਿਉਂਕਿ ਉਹਨਾਂ ਨੂੰ ਏਜੰਟ ਦੀ ਰਿਪਰੈਜ਼ੈਂਟੇਟਿਵਸ ਵਾਸਤੇ ਬਹੁਤ ਚੰਗੀ ਖਬਰ ਹੈ ਜੀ। ਅੱਛਾ, ਜਾਨੀ ਕਿ ਜਿਹੜੇ ਐਪਲੀਕੈਂਟ ਉਹਨਾਂ ਵਾਸਤੇ ਚੰਗੀ ਗੱਲ ਹੈ ਉਹਨਾਂ ਨਹੀਂਗੀ। ਉਹਨਾਂ ਵਾਸਤੇ ਇਹ ਹੀ ਆ ਵੀ ਚਲੋ ਉਹਨਾਂ ਦਾ ਥੋੜਾ ਜਿਹਾ ਇਹ ਆ ਕਿਉਂਕਿ ਹੁਣ ਜਿਹੜੀ ਆਪਾਂ ਜੀਸੀ ਕੀ ਦਾ ਚਲੋ ਇੱਥੇ ਉਹ ਵੀ ਵਿੱਚ ਆਪਾਂ ਮੁੱਦਾ ਆ ਹੀ ਗਿਆ ਤਾਂ ਡਿਸਕਸ ਕਰ ਲੈਂਦੇ ਹਾਂ, ਕਿਉਂਕਿ ਅਕਸਰ ਹੀ ਜਦ ਆਪਾਂ ਸਪਾਊਸਲ ਓਪਨ ਵਰਕ ਪਰਮਿਟ ਦੀ ਫਾਈਲ ਕਰਦੇ ਹਾਂ ਜਾਂ ਮੈਂ ਸਟੂਡੈਂਟ ਦੀ ਕੋਈ ਇੰਡੀਆ ਤੋਂ ਫਾਈਲ ਲਾਉਣਾ, ਉਹ ਕਹਿੰਦੇ ਬਾਈ ਜੀ ਜੀਸੀ ਕੀ ਦਿਓਗੇ, ਤੇ ਉਹ ਫਿਰ ਮੈਨੂੰ ਉਹਨਾਂ ਨੂੰ ਸਮਝਾਉਣਾ ਪੈਂਦਾ ਵੀ ਮੇਰੇ ਕੋਲੇ ਜੀਸੀ ਕੀ ਨਹੀਂ ਹੁੰਦੀ, ਮੇਰੇ ਕੋਲੇ ਜਿਹੜਾ ਆਥੋਰਾਈਜ਼ਡ ਪੇਡ ਰਿਪਰੈਜ਼ੈਂਟੇਟਿਵ ਪੋਰਟਲ ਹੁੰਦਾ ਜਿਹਨੂੰ ਅਸੀਂ APR ਸ਼ਾਰਟ 'ਚ ਕਹਿ ਦਿੰਦੇ ਹਾਂ ਵੀ APR ਹੁੰਦਾ। ਸੋ ਉਹ ਮੇਰਾ APR ਜੀਸੀ ਕੀ ਵਰਗਾ ਹੀ ਹੁੰਦਾ, ਬਟ ਉਹਦੇ 'ਚ ਵੀ ਜਿੰਨੀਆਂ ਵੀ ਫਾਈਲਾਂ ਅੱਜ ਤੱਕ ਮੈਂ ਜਦੋਂ ਤੋਂ ਮੇਰਾ ਇਹ ਕਰੀਅਰ ਸ਼ੁਰੂ ਹੋਇਆ ਲਾਈਆਂ, ਉਹ ਸਾਰੀਆਂ ਫਾਈਲਾਂ ਉਹਦੇ 'ਚ ਪਈਆਂ ਨੇ। ਸੋ ਉਹ ਮੈਂ ਕਿਸੇ ਨਾਲ ਸ਼ੇਅਰ ਨਹੀਂ ਕਰ ਸਕਦਾ। ਸੋ ਇਹਦਾ ਫਾਇਦਾ ਸਿਰਫ ਇੰਨਾ ਹੀ ਹੋਇਆ ਵੀ ਜਿਵੇਂ ਤੁਸੀਂ ਆਪਣੀ ਜੀਸੀ ਕੀ 'ਚ ਜਾ ਕੇ ਉੱਥੇ ਮੈਸੇਜ ਪੜ੍ਹ ਲੈਂਦੇ ਸੀ ਵੀ ਯੋਰ ਫਾਈਲ ਇਨ ਪ੍ਰੋਸੈਸ, ਵੀ ਵਿਲ ਕੰਟੈਕਟ ਯੂ ਇਫ ਵੀ ਨੀਡ ਐਨੀਥਿੰਗ, ਤੇ ਤੁਹਾਡਾ ਜਿਹੜਾ ਕਰੰਟ ਸਟੇਟਸ ਹੈ ਇਨ ਪ੍ਰੋਸੈਸ ਹੈ। ਤੇ ਉਹ ਇਹ ਆ ਵੀ ਜਿਹੜੇ ਸਪਾਊਸਲ ਪੀਆਰ ਵਾਲੇ ਆ ਹੁਣ ਉਹ ਆਪ ਦੇਖ ਸਕਦੇ ਆ, ਉਹਨਾਂ ਦੇ ਮਨ ਨੂੰ ਤਸੱਲੀ ਰਹੂਗੀ ਕਿ ਮੈਂ ਉਹੀ ਦੱਸ ਰਿਹਾ ਜੋ ਉੱਥੇ ਲਿਖਿਆ ਹੋਇਆ, ਜੋ ਮੈਂ ਦੇਖ ਸਕਦਾ ਉਹ ਵੀ ਦੇਖ ਸਕਦੇ ਆ। ਸੋ ਹੋ ਸਕਦਾ ਅੱਗੋਂ ਜੇ ਇਹ ਇਹੋ ਜਿਹੇ ਪੋਰਟਲ ਸਾਰਿਆਂ ਵਾਸਤੇ ਬਣਾ ਦੇਣ ਤਾਂ ਇਹ ਆ ਵੀ ਉਹ ਜੀਸੀ ਕੀ ਜਿਹੜਾ ਸ਼ੇਅਰ ਕਰਨ ਵਾਲਾ ਇੱਕ ਮਸਲਾ ਉਹ ਖਤਮ ਹੋ ਜਾਊਗਾ, ਵੀ ਜੋ ਚੀਜ਼ ਮੈਂ APR ਚਲਾਈ ਵੀ ਉਹ ਸਾਰੇ ਦੇਖ ਸਕਿਆ ਕਰਨਗੇ। ਸੋ ਇੰਨਾ ਹੀ ਮੈਨੂੰ ਇਹਦਾ ਫਾਇਦਾ ਲੱਗਦਾ, ਹੋਰ ਇਹਦੇ 'ਚ ਇਹ ਤੋਂ ਵੱਧ ਕੋਈ ਫਾਇਦਾ ਹੈ ਨਹੀਂ। ਬਾਈ ਜੀ ਇੱਕ ਚਲੋ ਜੀ ਇਹ ਤਾਂ ਹੁਣ ਗੱਲ ਆਪਾਂ ਕਲੀਅਰ ਕਰਦੇ ਕਿ ਸਪਾਊਸ ਓਪਨ ਵਰਕ ਪਰਮਿਟ ਵਾਲੇ ਜੇ ਇਹਦੇ ਵਿੱਚ ਟੱਕਰਾਂ ਮਾਰਨ ਬਾਈ ਜੀ ਉਹਨਾਂ ਲਈ ਇਹ ਹੈ ਨਹੀਂਗਾ, ਠੀਕ ਹੈ। ਤੇ ਜਿਹੜੀ ਬਾਈ ਜੀ ਉਹਨਾਂ ਨੇ ਗੱਲ ਕਹੀ ਆ ਵੀ ਪਰਮਾਨੈਂਟ ਰੈਜ਼ੀਡੈਂਸੀ ਵਾਲੇ ਉਹਨਾਂ ਵਾਸਤੇ ਹੈਗਾ, ਉਹ ਆਪਦੀ ਇਨਫੋਰਮੇਸ਼ਨ ਪਾ ਕੇ ਸਾਰਾ ਕੁਝ ਕਰ ਸਕਦੇ ਆ, ਬਟ ਕੰਨ ਮਰੋੜ ਕੇ ਇਧਰੋਂ ਨਹੀਂ ਜੇ ਇਧਰੋਂ ਫੜ ਲਿਆ ਗੱਲ ਇੱਕੋ ਹੀ ਆ। ਤੇ ਬਿਲਕੁਲ ਬਾਈ ਜੀ ਹੁਣ ਇੱਥੇ ਇੱਕ ਚੀਜ਼ ਹੋਰ ਕਹਿਣਾ ਚਾਹੂੰਗਾ ਕਿ ਪ੍ਰੋਗਰੈਸ ਤਾਂ ਦਿਖਦੀ ਹੈ ਕਿਤੇ ਨਾ ਕਿਤੇ। ਨਹੀਂ, ਪ੍ਰੋਗਰੈਸ ਹੈਗੀ ਆ ਜੀ। ਮੈਂ ਕਿਤੇ ਵੀ ਇਹ ਨਹੀਂ ਕਹਿ ਰਿਹਾ ਵੀ ਪ੍ਰੋਗਰੈਸ ਨਹੀਂ ਹੋ ਰਹੀ। ਮੈਂ ਸਿਰਫ ਇਹ ਕਹਿ ਰਿਹਾ ਵੀ ਆਪਾਂ ਕਿਉਂਕਿ ਖਾਸ ਕਰ ਜਿਹੜਾ ਆਪਣਾ ਪ੍ਰੋਗਰਾਮ ਹੈ, ਜਿਹੜਾ ਤੁਹਾਡਾ ਇੱਕ ਨੀਸ਼ ਕੰਮ ਕਰਨ ਦਾ ਹੁੰਦਾ, ਤੁਹਾਡਾ ਜਿਹੜਾ ਇੱਕ ਨੀਸ਼ ਆਡੀਅנס ਆ ਉਹ ਕੇਟਰ ਕਰਦੀ ਹੈ ਸਪਾਊਸਲ ਓਪਨ ਵਰਕ ਪਰਮਿਟ ਵਾਸਤੇ। ਸੋ ਉਸ ਨੀਸ਼ ਦੇ ਵਿੱਚ ਪ੍ਰੋਗਰੈਸ ਨਹੀਂ ਹੈਗੀ। ਹੋਰ ਠੀਕ ਬਾਕੀ ਥਾਵਾਂ ਤੇ ਪ੍ਰੋਗਰੈਸ ਹੈ, ਉਹ ਆਪਾਂ ਨੂੰ ਆਉਣ ਵਾਲੇ 2 ਮਹੀਨਿਆਂ ਦੇ ਵਿੱਚ 3 ਮਹੀਨਿਆਂ ਦੇ ਵਿੱਚ ਹੋਰ ਦਿਖੂਗੀ ਆਪਾਂ ਨੂੰ। ਜੋ ਮਿਨਿਸਟਰ ਨੇ ਕਿਹਾ ਉਹ ਚੀਜ਼ਾਂ ਆਉਣਗੀਆਂ ਸਾਹਮਣੇ। ਆਪਣੇ ਕੇਸ ਦੇ ਵਿੱਚ ਉਹ ਪ੍ਰੋਗਰੈਸ ਹੌਲੀ 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 ਲਾਸਟ ਤੱਕ ਪਹੁੰਚੂਗੀ। ਸੋ ਮੇਰਾ ਸਿਰਫ ਕਹਿਣ ਦਾ ਮਤਲਬ ਇੰਨਾ ਹੈ। ਬਾਈ ਜੀ ਅਗਲਾ ਸਵਾਲ ਮੈਂ ਕਾਫੀ ਦਿਨਾਂ ਤੋਂ ਦੇਖ ਵੀ ਰਿਹਾ, ਤੇ ਇੱਕ ਚੀਜ਼ ਬਾਈ ਜੀ ਮੈਨੂੰ ਹੋਰ ਬੜੀ ਹੈਰਾਨੀਜਨਕ ਲੱਗੀ ਆ ਕਿ ਸਪਾਊਸਲ ਓਪਨ ਵਰਕ ਪਰਮਿਟ ਦੇ ਰਿਜ਼ਲਟ ਜਿਹੜੀਆਂ ਜਨਵਰੀ ਦੇ ਵਿੱਚ ਐਪਲੀਕੇਸ਼ਨਾਂ ਲੱਗੀਆਂ, ਪਿਛਲੇ ਕੁਝ ਮੰਥ ਦੇ ਵਿੱਚ ਲੱਗੀਆਂ ਸੀ, ਦਸੰਬਰ ਦੇ ਲਾਸਟ ਵਿੱਚ ਲੱਗੀਆਂ ਸੀਗੀਆਂ, ਉਹਨਾਂ ਦੇ ਰਿਜ਼ਲਟ ਦੇਖਣ ਨੂੰ ਮਿਲੇ ਆ। ਤੇ ਇਸ ਤੋਂ ਆਪਾਂ ਇਹ ਤੇ ਉਮੀਦ ਕਰ ਸਕਦੇ ਹਾਂ ਵੀ ਉਹ ਕਹਿੰਦੇ ਵੀ ਜਿਹੜੇ ਨਵੇਂ ਆਏ ਆ ਉਹਨਾਂ ਨੂੰ ਚੱਕ ਲਓ, ਰੱਖ ਲਓ, ਨਾਪ ਲਓ, ਆਪਾਂ ਟਾਈਮ ਨਾਲ ਕਰ ਲਈਏ, ਜਲਦੀ ਰਿਜ਼ਲਟ ਦੇ ਦਈਏ ਕਿ ਜਿਹੜਾ ਬੈਕਲੌਗ ਜਮ੍ਹਾਂ ਨਾ ਹੋਵੇ। ਤੇ ਪਿਛਲੀਆਂ ਜਿਹੜੀਆਂ 2020 ਦੀਆਂ ਐਪਲੀਕੇਸ਼ਨਾਂ ਉਹਨਾਂ ਵਾਸਤੇ ਤਾਂ ਸੁਨਹਿਰੇ ਦਿਨ ਚੱਲਣ ਦੇ ਤੁਸੀਂ ਆਲਵੇਜ਼ ਕਹਿੰਦੇ ਹੁੰਦੇ ਹੋ। ਬਿਲਕੁਲ ਹੁਣ ਗੱਲ ਆ ਜਾਂਦੀ ਵਿਚਾਲੇ 2021 ਵਾਲਿਆਂ ਦੀ। ਹੁਣ ਜੀ। ਗੱਲ 2021 ਵਾਲਿਆਂ ਦੀ ਇਸ ਕਰਕੇ ਨਹੀਂ ਸੁਣ ਰਹੇ ਕਿਉਂਕਿ ਜਨਵਰੀ ਤੋਂ ਲੈ ਕੇ ਨਵੰਬਰ ਦੀਆਂ ਫਾਈਲਾਂ ਜਿਹੜੀਆਂ ਪਈਆਂ, ਦਸੰਬਰ ਵਾਲਿਆਂ ਦਾ ਵੀ ਵਿੱਚੋਂ ਵਿੱਚੋਂ ਨੰਬਰ ਲੱਗ ਜਾਂਦਾ। ਹੁਣ ਮਸਲਾ ਇਹ ਬਣਿਆ ਹੋਇਆ ਕਿ ਬਹੁਤ ਸਾਰੀਆਂ ਐਪਲੀਕੇਸ਼ਨਾਂ ਜਿਹੜੀਆਂ ਯੂਰਪ ਦੇ ਵਿੱਚ ਕੇਸ ਪ੍ਰੋਸੈਸਿੰਗ ਸੈਂਟਰ ਹੈਗਾ ਇਹਨਾਂ ਦਾ, ਜਾਣੀ ਕਿ ਤੇ ਉੱਥੇ ਫਸੀਆਂ ਹੋਈਆਂ। ਬਾਈ ਜੀ ਹੁਣ ਉੱਥੋਂ ਕੋਈ ਹਲਚਲ ਨਹੀਂ ਹੋ ਰਹੀ। ਜੇ ਇਹ ਕਲਾਇੰਟ ਜਿਹੜੇ ਹੈਗੇ ਆ, ਬਹੁਤ ਸਾਰੇ ਜਿਹੜੇ ਆਪਣੇ ਦਰਸ਼ਕ ਵੀਰ ਦੇਖਦੇ ਆ, ਤਾਂ ਉਹ GCMS ਨੋਟ ਸਪਲਾਈ ਕਰਦੇ MP ਦੇ ਥਰੂ ਜਾਂਦੇ ਆ। ਸੋ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰੋ ਕਿ 2021 ਵਾਲਿਆਂ ਦਾ ਨੰਬਰ ਕਦੋਂ ਲੱਗੂ। ਚਲੋ 2022 ਵਾਲਿਆਂ ਦੇ ਤਾਂ ਚਲੋ ਵਧੀਆ ਦਿਨ ਆ ਗਏ ਵੀ ਜਿਹੜੀਆਂ ਚੱਲੀ ਜਾਂਦਾ ਵੀ ਅਪਡੇਟ ਜਲਦੀ ਹੋ ਰਿਹਾ, 20 ਵਾਲਿਆਂ ਦੇ ਵੀ। ਹੁਣ 21 ਵਾਲੇ ਫਸੇ ਬੈਠੇ ਵਿਚਾਲੇ। ਹੁਣ ਇਹ ਸਿਮਰ ਜੇ ਆਪਾਂ ਜਦੋਂ ਦਾ ਕੋਵਿਡ ਸ਼ੁਰੂ ਹੋਇਆ ਥੋੜਾ ਜਿਹਾ ਆਪਾਂ ਹਿਸਟੋਰੀਕਲੀ ਦੇਖੀਏ ਵੀ ਇਹ ਪਹਿਲੀ ਵਾਰੀ ਨਹੀਂ ਹੋ ਰਿਹਾ। ਇਹ ਜਦੋਂ ਕਦਾ ਇਹ ਸ਼ੁਰੂ ਹੋਇਆ ਵੀ ਇਹਨਾਂ ਨੇ ਪਹਿਲਾਂ ਕੀ ਕੀਤਾ ਕਿ ਇਹਨਾਂ ਨੇ 19 ਵਾਲੇ ਐਵੇਂ ਚੱਕੇ, 20 ਵਾਲੇ ਸ਼ੁਰੂ ਵਾਲੇ ਛੱਡ ਤੇ, ਫਿਰ 20 ਵਾਲੇ ਵਿਚਾਲੋਂ ਜੇ ਸ਼ੁਰੂ ਕਰਤੇ। ਆਪਾਂ ਦੇਖਿਆ ਇੱਕ ਟਾਈਮ ਤੇ ਜਿਹੜੇ 20 ਵਾਲੇ ਸੀ ਵੀ ਉਹਨਾਂ ਦੀਆਂ ਮਈ ਜੂਨ ਜੁਲਾਈ ਵਾਲੀਆਂ ਆਈਆਂ, ਫਿਰ ਦੁਬਾਰੇ ਜਾ ਕੇ ਫਿਰ ਠੰਡਾ ਪੈ ਗਿਆ ਕੰਮ। ਫਿਰ ਇਹਨਾਂ ਨੇ 21 ਜਨਵਰੀ ਵਾਲੇ ਚੱਕੇ ਤੇ ਉਹ ਜਨਵਰੀ ਵਾਲੇ ਚੱਕੇ, ਫਿਰ ਦੁਬਾਰੇ ਇਹ ਮੁੜ ਕੇ 20 ਤੇ ਚੱਲ ਗਏ। ਸੋ
ਮੈਨੂੰ ਇਹ ਲੱਗਦਾ ਵੀ ਇਹਦੇ 'ਚ ਇਹਨਾਂ ਦਾ ਜਿਹੜਾ ਮੈਂਡੇਟ ਸੀ ਉਹ ਤਾਂ ਇੰਨਾ ਹੀ ਸੀ ਵੀ ਬੈਕਲੌਗ ਤੁਸੀਂ ਖਤਮ ਕਰਨਾ, ਵੀ ਇਹਨਾਂ ਫਾਈਲਾਂ ਨੂੰ ਕਿਤੇ ਨਾ ਕਿਤੇ ਕੱਢੋ। ਬਟ ਇਹਦੇ 'ਚ ਇੱਕ ਮਸਲਾ ਹੋਰ ਹੁੰਦਾ ਕਿ ਜਿਹੜਾ ਆਪਾਂ ਐਵਰੇਜ ਟਾਈਮਿੰਗ ਦੀ ਗੱਲ ਕਰਦੇ ਹਾਂ, ਮਤਲਬ ਇਹਨਾਂ ਦੇ ਉਹਨਾਂ ਨੂੰ KPIs ਕਹਿੰਦੇ ਨੇ, ਇਹ ਕੀ ਪਰਫਾਰਮੈਂਸ ਇੰਡੀਕੇਟਰਸ ਜਿਹੜੇ ਹੁੰਦੇ ਆ, ਵੀ ਸਾਲ ਦੇ ਐਂਡ ਤੇ ਡਿਪਾਰਟਮੈਂਟ ਨੇ ਦੇਣੇ ਹੁੰਦੇ ਆ ਵੀ ਸਾਡਾ ਐਵਰੇਜ ਇੱਕ ਫਾਈਲ ਨੂੰ ਕਰਨ ਦਾ ਜਾਂ ਇਸ ਸਟਰੀਮ ਦੇ ਵਿੱਚ ਕਿੰਨਾ ਰਿਹਾ, ਉਹ ਪੂਰੀ ਇੱਕ ਰਿਪੋਰਟ ਬਣਦੀ ਹੈ ਸਾਲ ਦੇ ਐਂਡ ਤੇ। ਸੋ ਉਹ KPI ਨੂੰ ਐਵਰੇਜ ਕਰਨ ਦਾ ਇੱਕ ਤਰੀਕਾ ਹੁੰਦਾ। ਜਿਹੜੇ ਲੋਕ ਕਾਰਪੋਰੇਟ 'ਚ ਕੰਮ ਕਰਦੇ ਆ ਉਹਨਾਂ ਨੂੰ ਪਤਾ ਹੋਊ ਵੀ ਰਿਪੋਰਟਾਂ ਬਣਾਉਣ ਵੇਲੇ, ਮੰਨ ਲਓ ਵੀ ਆਪਾਂ ਇੱਕ ਜਮਾਂ ਹੀ ਸਿੰਪਲ ਐਗਜ਼ਾਮਪਲ ਲੈ ਕੇ ਚੱਲਦੇ ਹਾਂ, ਵੀ ਮੈਂ ਗੱਲ ਕਰਦਾ ਵੀ ਮੈਂ ਜਦੋਂ ਸਕੂਲ ਦੇ ਵਿੱਚ ਪੜ੍ਹਨ ਲੱਗਿਆ, ਮੈਂ ਬਹੁਤ ਨਲਾਇਕ ਜਵਾਕ ਸੀ, ਮੇਰੇ 50% ਨੰਬਰ ਹੁੰਦੇ ਸੀ। ਫਿਰ ਮੈਨੂੰ ਲੱਗਿਆ ਵੀ ਨਹੀਂ ਯਾਰ, ਵੀ ਮੈਨੂੰ ਨਾ ਥੋੜ੍ਹਾ ਜਿਹਾ ਘਰਦਿਆਂ ਨੂੰ ਕੁਛ ਕਰਕੇ ਦਿਖਾਉਣਾ ਚਾਹੀਦਾ। ਮੈਂ ਜਾ ਕੇ 5ਵੀਂ 7ਵੀਂ 'ਚ ਜਾ ਕੇ ਤੇ ਮੈਂ 80% ਵਾਲਾ ਹੋ ਗਿਆ। ਹਾਏ ਉਹ ਹਾਏ। ਤੋਂ ਬਾਅਦ ਫਿਰ ਮੈਂ ਕਿਸੇ ਹੋਰ ਬੁਰੀ ਸੰਗਤ 'ਚ ਫਸ ਗਿਆ, ਮੈਂ ਫਿਰ 50 ਵਾਲਾ ਹੋ ਗਿਆ। ਫਿਰ 10ਵੀਂ 'ਚ ਜਾਂਦੇ ਜਾਂਦੇ ਮੈਂ ਕਿਹਾ ਵੀ ਨਹੀਂ, ਹੁਣ ਤਾਂ ਫਾਈਨਲ ਰਿਪੋਰਟ ਕਾਰਡ ਆਉਣਾ, ਆਪਾਂ ਥੋੜ੍ਹਾ ਜਿਹਾ ਇਹਨੂੰ ਐਵਰੇਜ ਕਰੀਏ। ਤਾਂ ਉਹ ਐਵਰੇਜ ਕਰਨ ਦਾ ਤਰੀਕਾ ਕੀ ਹੁੰਦਾ ਕਿ ਉਹ ਬਜਾਏ ਵੀ ਉਸ ਇੱਕ ਦੇ ਵੀ ਮੈਂ ਇੱਕ ਤਾਂ 10ਵੀਂ ਦਾ ਰਿਜ਼ਲਟ ਉਹਨਾਂ ਨੂੰ ਕੱਢ ਕੇ ਦਿਖਾ ਦਾਂ, ਬਟ ਵੀ ਇੱਕ ਐਵਰੇਜ ਕਰਨ ਦਾ ਤਰੀਕਾ ਇਹ ਆ ਵੀ ਮੈਂ ਓਵਰਆਲ ਦੱਸਦਾ ਵੀ ਮੈਂ ਪੂਰੇ ਜਦੋਂ ਤੋਂ ਮੈਂ ਪੜ੍ਹਨ ਲੱਗਿਆ ਉਦੋਂ ਤੋਂ ਕਿਵੇਂ ਚੱਲ ਰਿਹਾ। ਸੋ ਉਹਨੂੰ ਐਵਰੇਜ ਆਊਟ ਕਰਨ ਦਾ ਇੱਕ ਤਰੀਕਾ ਜਿਹੜਾ ਹੁੰਦਾ ਕਿ ਅਸੀਂ ਕਿੰਨੇ % ਫਾਈਲਾਂ ਇੰਨੇ ਟਾਈਮ 'ਚ ਕੱਢੀਆਂ, ਉਹ ਇਹ ਹੁੰਦਾ ਵੀ ਅੱਗੇ ਪਿੱਛੇ ਚੱਲੋ। ਕਿਉਂਕਿ ਹੁਣ ਜਿਹੜੀ ਫਾਈਲ ਜੇ 2019 ਵਾਲੀ ਪਈ ਆ, ਉਹਦਾ ਇੱਕ ਉਹ ਐਵਰੇਜ ਨੂੰ ਇਸ ਤਰੀਕੇ ਖਤਮ ਕਰ ਰਹੀ ਆ ਵੀ ਉਹਦੀ ਐਵਰੇਜ ਆ ਜਿਹੜੀ ਉਹ 36 ਮਹੀਨੇ ਦਿਖਾ ਰਿਹਾ। ਬਟ ਜੇ ਮੈਂ ਉਹ ਵਿੱਚੋਂ ਪਾਸੇ ਕਰਤੀ ਤਾਂ ਜਿਹੜੀ ਮੇਰੀ ਇੱਕ ਐਵਰੇਜ ਆ ਉਹ ਉੱਥੋਂ ਐਵਰੇਜ ਡਾਊਨ ਹੋ ਗਈ। ਫਿਰ ਮੈਂ ਇੱਕ 21 ਵਾਲੀ ਫਾਈਲ ਚੱਕੀ ਜਿਹੜੀ ਕਿ ਮੈਂ 3 ਮਹੀਨਿਆਂ 'ਚ ਹੀ ਕੱਢਤੀ, ਉਹਨੇ ਐਵਰੇਜ ਜਮਾਂ ਹੀ ਮੇਰੀ ਬਹੁਤ ਸਹੀ ਕਰਤੀ। ਬਟ ਹੁਣ ਮੈਂ ਕੱਢਣੀਆਂ ਤਾਂ ਪੁਰਾਣੀਆਂ ਵੀ ਨੇ। ਸੋ ਉਹ ਇੱਕ ਤਰੀਕਾ ਜਿਹੜਾ ਇਹਨਾਂ ਦਾ KPIs ਨੂੰ ਸੈੱਟ ਕਰਨ ਦਾ, ਉਹ ਹਮੇਸ਼ਾ ਹੀ ਇਹ ਹੁੰਦਾ ਵੀ ਇੱਕ ਜਿਹੜਾ ਪੂਰਾ ਉਹ ਰਹਿ ਜਾਂਦਾ ਕਿਸੇ ਆਫਿਸ ਦੇ ਵਿੱਚ, ਉਹਦੇ ਤੇ ਫਿਰ ਇਹ ਆਉਂਦੇ ਆ ਦੁਬਾਰੇ ਉਹਨੂੰ ਸਾਰੇ ਨੂੰ, ਜਿਵੇਂ ਅੱਜ ਕੱਲ ਉਹ 20 ਵਾਲਿਆਂ ਤੇ ਆਏ ਹੋਏ ਆ ਵੀ 20 ਵਾਲੇ ਤੁਸੀਂ ਦੇਖ ਲਓ ਵੀ ਇਹਨਾਂ ਨੇ ਛੱਡਣਾ ਕੋਈ ਨਹੀਂ, ਭਾਵੇਂ ਰਿਫਿਊਜ਼ ਕਰਨ ਭਾਵੇਂ ਉਹਨੂੰ ਐਕਸੈਪਟ ਕਰਨਗੇ। ਤੁਸੀਂ ਆਉਣ ਵਾਲਾ ਮਹੀਨਾ ਦੇਖ ਲਿਓ ਵੀ 20 ਹੋਣੀ ਆ ਉੱਥੇ। ਉਹਦੇ ਵਿੱਚ ਕੀ ਆ ਵੀ ਫਿਰ ਉਹ ਟਾਈਮ ਲਾਈਨ ਐਵਰੇਜ ਕਰਨ ਵਾਸਤੇ ਥੋੜ੍ਹੀਆਂ ਜਿਹੀਆਂ ਨਵੀਆਂ ਫਾਈਲਾਂ ਵੀ ਚੱਕ ਲੈਂਦੇ ਆ ਵੀ ਠੀਕ ਹੈ ਇਹਨੂੰ ਸੈੱਟ ਜਾ ਕਰੀਏ ਕੰਮ। ਸੋ ਇਹ ਹੋ ਰਿਹਾ ਜਿਹੜਾ ਅੱਗੇ ਪਿੱਛੇ ਵਾਲਾ ਸਿਸਟਮ ਹੈ। ਇਹਦੇ 'ਚ ਆਪਣਾ ਕੋਈ ਹੱਥ ਨਹੀਂ, ਆਪਾਂ ਇਹਦੇ 'ਚ ਕੋਈ ਪ੍ਰੈਡਿਕਟ ਨਹੀਂ ਕਰ ਸਕਦੇ ਵੀ ਉਹ ਕਿਹਨੂੰ ਚੱਕਣਗੇ ਕਿਹਨੂੰ ਨਹੀਂ ਚੱਕਣਗੇ। ਇਹ ਸਭ ਉਹਨਾਂ ਦਾ ਇੰਟਰਨਲ ਮਸਲਾ। ਬਾਈ ਜੀ ਅਗਲਾ ਮਸਲਾ ਇੱਕ ਹੋਰ ਆ ਜਾਂਦਾ ਇੱਥੇ ਕਿ ਸਪਾਊਸ ਵੀਜ਼ਾ ਜਿਹੜਾ ਬਹੁਤ ਵੱਡੀ ਤਾਦਾਦ ਦੇ ਵਿੱਚ ਪੰਜਾਬ ਤੋਂ ਐਪਲੀਕੇਸ਼ਨਾਂ ਹੁੰਦੀਆਂ, ਠੀਕ ਹੈ ਜੀ। ਤੇ ਪੰਜਾਬ ਦੇ ਵਿੱਚ ਮਿਸਰੀਪ੍ਰੈਜੈਂਟੇਸ਼ਨ ਵੀ ਬਹੁਤ ਜ਼ਿਆਦਾ ਪੰਜਾਬ ਦੇ ਕਲਾਇੰਟਸ ਜਿਹੜੇ ਹੁੰਦੇ ਆ, ਠੀਕ ਹੈ, ਐਪਲੀਕੈਂਟ ਉਹ ਹੁੰਦੇ ਆ ਬਾਈ ਜੀ। ਜੀ ਉਹਨਾਂ ਦੇ ਵਿੱਚ ਕਾਰਨ ਮੈਨੂੰ ਜਿੱਥੋਂ ਤੱਕ ਲੱਗਦਾ ਕਿ ਬੰਦੇ ਦਾ ਸਹੀ ਚੁਣਾਵ ਨਾ ਕਰਨਾ, ਠੀਕ ਹੈ ਬਾਈ ਜੀ। ਸਾਡੇ ਬੰਦੇ ਦੱਸਾਂ ਕੀ ਕਰਨਗੇ, ਇੱਕ ਨਿੱਕੀ ਜੀ ਗੱਲ ਕਹੀ ਆ ਵੀ ਘਰ ਵਾਲੀ ਨੂੰ ਭੇਜਿਆ ਜੀ 17-18 ਲੱਖ ਉਹਦੇ ਤੇ ਲਾਤਾ। ਤੁਸੀਂ ਇੱਕ ਦਿਨ ਪਹਿਲਾਂ ਵੀ ਗੱਲ ਕੀਤੀ, ਜਦੋਂ ਆਪਦੀ ਵਾਰੀ ਆਉਂਦੀ ਆ ਪਤੰਦਰ ਇਹ ਨਹੀਂ ਸੋਚਦੇ ਕਿ $2500-3000 ਤੁਸੀਂ ਇੱਕ ਮਹੀਨੇ ਦੇ ਵਿੱਚ ਐਵਰੇਜਲੀ ਕਮਾ ਲੈਣਾ ਇੱਥੇ ਆਣ ਕੇ, ਤੇ ਤੁਹਾਡਾ ਟਾਈਮ ਕਿੰਨਾ ਬਚ ਜਾਂਦਾ। ਬਾਈ ਜੀ ਇੱਥੇ ਕਮੀ ਸਾਡੇ ਲੋਕਾਂ ਦੀ ਹੈ ਕਿ ਉੱਥੇ ਐਡਵਰਟੀਜ਼ਮੈਂਟ ਹੀ ਇਦਾਂ ਹੋ ਰਹੀ ਹੈ। ਇੱਥੇ ਮੈਂ ਹੁਣ ਐਡ ਕਰਦਾ ਇੱਕ ਚੀਜ਼ ਸਟੂਡੈਂਟ ਕਿਊਬਿਕ ਸਟੂਡੈਂਟ ਆ ਲਿਜਾਣ ਤੋਂ ਪਹਿਲਾਂ ਕਿ IRCC ਬੜਾ ਅਨਆਥੋਰਾਈਜ਼ਡ ਲੋਕਾਂ ਦੇ ਪਿੱਛੇ ਪਿਆ ਹੋਇਆ ਜਿਹੜੇ ਏਜੰਟ ਆ। ਕਾਰਨ ਕੀ ਹੈ ਦਾ? ਕਾਰਨ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਜੀ ਵੀ ਜਿਹੜਾ ਇਹ ਕਿਊਬਿਕ ਵਾਲਾ ਮਸਲਾ ਵੀ ਹੋਇਆ, ਫਿਰ ਜਿਵੇਂ ਮੈਂ ਪਿਛਲੀ ਵਾਰੀ ਗੱਲ ਕੀਤੀ ਸੀ ਜਿਹੜੀ ਗੁਜਰਾਤ ਵਾਲੀ ਇੱਕ ਘਟਨਾ ਹੋਈ ਹੈ ਇੱਥੇ, ਮਤਲਬ ਕੈਨੇਡਾ ਦੇ ਸਿਸਟਮ ਵੈਸੇ ਤਾਂ ਉਹ ਮਤਲਬ ਆਪਦੇ ਆਪ 'ਚ ਹੀ ਐਡੀ ਵੱਡੀ, ਮਤਲਬ ਵੀ ਜੇ ਤੁਸੀਂ ਮੈਂ ਉਹਨੂੰ ਇੱਕ ਵਾਰੀ ਨਾ ਵੀ ਤੁਸੀਂ ਜੇ ਬਹਿ ਕੇ ਕਈ ਵਾਰੀ ਸੋਚ ਕੇ ਦੇਖੋ ਵੀ ਆਪਾਂ ਖਬਰ ਪੜ੍ਹਦੇ ਹਾਂ ਵੀ ਇੱਕ 4 ਸਾਲ ਦਾ ਜਵਾਕ ਹੈ ਨਾ ਮਰ ਗਿਆ, ਉਹ ਬਹੁਤ ਮਤਲਬ ਕਈ ਵਾਰੀ ਆਪਾਂ ਉਹਨੂੰ ਖਬਰ ਇੱਕ ਰੈਗੂਲਰ ਪੜ੍ਹ ਲੈਂਦੇ ਹਾਂ। ਬਟ ਉਹ ਚੀਜ਼ ਸੋਚ ਕੇ ਦੇਖੋ ਵੀ ਉਹ ਇੱਕ ਫੈਮਿਲੀ, ਉਹਨਾਂ 'ਚ ਇੱਕ 4 ਸਾਲ ਦਾ ਜਵਾਕ, ਉਹ -35-40 'ਚ ਰਾਤ ਨੂੰ ਉਹਨਾਂ ਕੋਲੇ ਕੋਈ ਲੁਕਣ ਦੀ ਜਗ੍ਹਾ ਹੈ ਨਹੀਂ। ਤੁਸੀਂ ਜਿੱਥੇ ਰਹਿੰਦੇ ਹੋ ਤੁਹਾਨੂੰ ਪਤਾ ਵੀ ਆਪਾਂ 5 ਮਿੰਟ ਕਿਤੇ ਆਪਾਂ ਨੂੰ ਬਾਹਰ ਖੜਨਾ ਪੈ ਜੇ ਤੇ ਆਪਣੇ ਕੋਲ ਪ੍ਰੋਪਰ ਕੱਪੜੇ ਜਾਂ ਖਾਣ ਪੀਣ ਦਾ ਨਾ ਹੋਵੇ, ਆਪਾਂ 5 ਮਿੰਟਾਂ 'ਚ ਆਪਣਾ ਕੀ ਹਾਲ ਹੁੰਦਾ ਇੱਥੇ। ਰਾਈਟ ਉਹਨਾਂ ਨੇ ਪੂਰੀ ਰਾਤ ਕੱਢੀ ਹੋਊ ਤੇ ਜੇ ਉਹਨਾਂ ਦੀ ਮੌਤ ਵੀ ਹੋਈ ਆ ਵੀ ਉਹ ਕਿੰਨਾ ਹਾਲਾਤਾਂ 'ਚ ਹੋਈ ਹੋਊਗੀ, ਵੀ ਉਹ ਐਡੀ ਦਰਦਨਾਕ ਘਟਨਾ ਸੀ। ਤੇ ਕੈਨੇਡਾ ਵਾਸਤੇ ਵਰਗੇ ਮੁਲਕ ਵਾਸਤੇ ਤਾਂ ਉਹ ਜਮਾਂ ਹੀ ਮਤਲਬ ਵੀ ਸ਼ਰਮਨਾਕ ਵਾਲੀ ਗੱਲ ਸੀ ਵੀ
ਕਿਉਂਕਿ ਇੱਥੇ ਉਹ ਚੀਜ਼ ਨੂੰ ਬਹੁਤ ਵੈਲਿਊ ਕੀਤਾ ਜਾਂਦਾ, ਜ਼ਿੰਦਗੀ ਦੀ ਬਹੁਤ ਵੈਲਿਊ ਆ। ਆਪਣੇ ਬਹੁਤ ਹਜ਼ਾਰਾਂ ਲੱਖਾਂ ਐਕਸੀਡੈਂਟ ਹੁੰਦੇ ਨੇ, ਆਪਣੇ ਵਾਸਤੇ ਕਿਤੇ ਕਿਤੇ ਨਾ ਕਿਤੇ ਉਹ ਚੀਜ਼ਾਂ ਨਾਰਮਲਾਈਜ਼ ਹੋ ਜਾਂਦੀਆਂ, ਬਟ ਇੱਥੇ ਇੱਕ ਵੀ ਬੰਦਾ ਮਰਦਾ ਤਾਂ ਪੂਰੇ ਦੇ ਪੂਰੇ ਕਾਨੂੰਨ ਚੇਂਜ ਕਰ ਦਿੰਦੇ ਆ, ਸਪੈਸ਼ਲੀ ਕਿਡਸ ਦੇ ਕੇਸ ਦੇ ਵਿੱਚ। ਮਤਲਬ ਆਪਾਂ ਫਿਰ ਉਹ ਕਿਸੇ ਦਿਨ ਹੋਰ ਮੈਂ ਤੁਹਾਨੂੰ ਸਟੋਰੀ ਸੁਣਾਉਂਗਾ ਵੀ ਇੱਥੇ ਜਿਹੜੇ ਸਕੂਲ ਬੱਸਾਂ ਦੇ ਲਾਅ ਆ ਉਹ ਇੱਕ ਮੌਤ ਤੋਂ ਬਾਅਦ ਬਣੇ ਹੋਏ ਆ। ਇੱਕ ਅੱਛਾ ਜੀ। ਜਵਾਕ ਮਰ ਗਿਆ ਸੀ ਤੇ ਉਹ ਤੋਂ ਬਾਅਦ ਇਹਨਾਂ ਨੇ ਪੂਰਾ ਸਕੂਲ ਬੱਸ ਕਿਵੇਂ ਸਿਸਟਮ ਕੰਮ ਕਰੂਗਾ ਉਹ ਪੂਰਾ ਇਹਨਾਂ ਨੇ ਸਾਰਾ ਮਿਲੀਅਨਸ ਆਫ ਡਾਲਰਸ ਲਾ ਕੇ ਚੇਂਜ ਕੀਤਾ। ਸੋ ਉਹ ਇਹਨਾਂ ਵਾਸਤੇ ਬਹੁਤ ਵੱਡੀ ਘਟਨਾ ਸੀ। ਸੋ ਉਹ ਘਟਨਾ ਤੋਂ ਬਾਅਦ ਇਹਨਾਂ ਨੇ ਮਤਲਬ ਹਰ ਚੀਜ਼ ਦੇ ਵਿੱਚ ਵਾਪਸ ਉਸ ਚੀਜ਼ ਤੇ ਸ਼ੁਰੂ ਕੀਤੀ ਹੈ ਨਜ਼ਰਸਾਨੀ। ਤੇ ਇਹਦਾ ਇੱਕ ਜਿਹੜਾ ਮੈਨੂੰ ਆਉਣ ਵਾਲੇ ਦਿਨਾਂ 'ਚ ਇਫੈਕਟ ਲੱਗਦਾ ਉਹ ਇਹ ਵੀ ਲੱਗਦਾ ਵੀ ਇਹ ਜਿਹੜੀਆਂ ਫਾਈਲਾਂ ਆ ਰਹੀਆਂ ਨੇ ਉਹਨਾਂ ਦੀ ਸਕਰੂਟਨੀ ਆ ਉਹ ਇਸ ਤਰੀਕੇ ਵੀ ਕਰਨਗੇ ਵੀ ਫਾਈਲ ਬਣਾਈ ਕਿਵੇਂ ਆ, ਉਹ ਦੇਖੋ ਪਤਾ ਲੱਗ ਜਾਂਦਾ। ਮੈਂ ਇੱਕ ਬੱਚੇ ਦੀ ਫਾਈਲ ਲਾਈ ਆ, ਸਟੂਡੈਂਟ ਦੀ ਫਾਈਲ ਲਾਈ ਆ, ਮੈਂ ਐਜ਼ ਅ ਰਿਪਰੈਜ਼ੈਂਟੇਟਿਵ ਉਹਦਾ ਸਬਮਿਸ਼ਨ ਲਿਖਿਆ ਜਾਂ ਮੈਂ ਉਹਨੂੰ SOP 'ਚ ਹੈਲਪ ਕੀਤੀ ਆ, ਉਹ ਅੰਡਰਸਟੂਡ ਆ। ਬਟ ਇੱਕ +2 ਵਾਲਾ ਜਵਾਕ SOP ਕਿਵੇਂ ਲਿਖਦਾ ਤੇ ਇੱਕ ਉੱਥੇ ਬੈਠਾ ਜਦੋਂ ਕਾਪੀ ਪੇਸਟ SOP ਆ ਰਹੇ ਨੇ ਉਹਨਾਂ ਨੂੰ ਪਤਾ ਵੀ ਉਹ ਫਾਈਲ ਕਿੱਥੋਂ ਆ ਰਹੀ ਹੈ, ਇਹ ਨਹੀਂ ਵੀ ਉਹਨਾਂ ਨੂੰ ਪਤਾ ਨਹੀਂ ਹੈਗਾ ਉਸ ਚੀਜ਼ ਦਾ। ਬਟ ਉਹਨਾਂ ਕੋਲੇ ਫਿਲਹਾਲ ਇੰਡੀਆ ਦੇ ਵਿੱਚ ਐਸਾ ਕੋਈ ਪਾਵਰ ਨਹੀਂ ਹੈਗੀ ਵੀ ਉਹਨੂੰ ਰੋਕ ਸਕਣ। ਬਟ ਉਹ ਰੋਕ ਕਿਹਨੂੰ ਸਕਦੇ ਨੇ? ਐਪਲੀਕੈਂਟਸ ਨੂੰ। ਏਜੰਟ ਨੂੰ ਕੁਝ ਨਹੀਂ ਕਹਿ ਸਕਦੇ, ਉਹਨਾਂ ਕੋਲ ਕੋਈ ਪਾਵਰ ਨਹੀਂ। ਏਜੰਟ ਨੇ ਝੂਠ ਬੋਲ ਕੇ ਤੁਹਾਡੀ ਫਾਈਲ ਲਾਤੀ ਵੀ ਫਾਈਲ ਤੁਸੀਂ ਆਪ ਲਾਈ ਆ, ਉਹ ਏਜੰਟ ਨੂੰ ਜਾ ਕੇ ਨਹੀਂ ਪੁੱਛ ਸਕਦੇ, ਉਹਨਾਂ ਨੂੰ ਪਤਾ ਵੀ ਨਹੀਂ ਏਜੰਟ ਕੌਣ ਹੈ। ਏਜੰਟ ਦਾ ਨਾਂ ਹੀ ਮੈਂਸ਼ਨ ਹੈ ਨਹੀਂ ਕਿਤੇ। ਉਹ ਕਿਹੜਾ ਮੇਰੇ ਵਾਂਗੂ ਵੀ ਉਹਨਾਂ ਰੈਪ ਫਾਰਮ ਭੇਜਿਆ ਨਾਲ ਵੀ ਉਹਨਾਂ ਨੂੰ ਮੁੜ ਕੇ ਪਤਾ ਹੋਵੇ ਵੀ ਮੈਂ ਬੈਠਾ ਕਿਤੇ। ਉਹਨਾਂ ਨੇ ਤਾਂ ਤੁਹਾਨੂੰ ਪੁੱਛਣਾ ਜਿਹੜਾ ਐਪਲੀਕੈਂਟ ਆ। ਸੋ ਇਹ ਸਕਰੂਟਨੀ ਆ ਜਿਹੜੀ ਆਉਣ ਵਾਲੇ ਦਿਨਾਂ ਦੇ ਵਿੱਚ ਵਧੂਗੀ ਤੇ ਸਪੈਸ਼ਲੀ ਜਿਹੜੀਆਂ ਸਟੱਡੀ ਤੇ ਵਿਜ਼ਟਰ ਵਾਲੀਆਂ ਫਾਈਲਸ ਨੇ ਉਹਨਾਂ ਤੇ ਹੋਰ ਵਧੂਗੀ, ਕਿਉਂਕਿ ਉਹ ਜਿੰਨਾ ਜਿੰਨਾ ਉਸ ਚੀਜ਼ ਨੂੰ ਇਹ AI ਕਰੀ ਜਾਂਦੇ ਆ ਉਹਦੀ ਜਿਹੜੀ ਰੈਪੀਟੀਸ਼ਨ ਹੈ ਸਾਰੀ ਚੀਜ਼ ਦੀ ਉਹ ਹੋਰ ਸਾਹਮਣੇ ਆਊਗੀ। ਕਿਉਂਕਿ AI ਨੇ ਸਿਰਫ ਡਾਟਾ ਕਲੈਕਟ ਕਰਨਾ, ਉਹਨੂੰ ਨਹੀਂ ਪਤਾ ਉਹਨੂੰ ਉਹ ਕੀ ਕੌਣ ਲਿਖ ਰਿਹਾ। ਬਟ ਉਹਨੂੰ ਇਹ ਪਤਾ ਵੀ ਜੇ ਕਿਸੇ ਨੇ ਜਿਹੜੇ ਇਨਵੀਟੇਸ਼ਨ ਲੈਟਰ ਹੈ SOWP ਦੀ ਫਾਈਲ 'ਚ ਲੱਗੇ ਹੋਏ ਵੀ 5 ਲੈਟਰਾਂ ਦੇ ਵਿੱਚ ਇੱਕੋ ਜਿਹੇ ਸ਼ਬਦ ਆ ਗਏ, ਉਹਨੇ ਫਲੈਗ ਕਰ ਦੇਣਾ ਵੀ ਹਾਂ ਇਹ ਹੋਇਆ। ਤੇ ਉਹ ਚੀਜ਼ਾਂ ਫੜੀਆਂ ਜਾਂਦੀਆਂ ਨੇ। ਆਪਾਂ ਚਲੋ ਇਹ ਤੋਂ ਜਮਾਂ ਹੀ ਡਿਫਰੈਂਟ ਜਾ ਕੇ ਮੈਂ ਤੁਹਾਨੂੰ ਗੱਲ ਦੱਸਦਾ ਵੀ ਪਿਛਲੇ ਇੱਕ ਹਫ਼ਤੇ ਆਸਟ੍ਰੇਲੀਆ ਨੇ ਸਟੂਡੈਂਟ ਮੋੜੇ ਆ ਤੇ ਉਹ ਹਾਂਜੀ। ਜਿਹੜੇ ਸਟੂਡੈਂਟ ਮੋੜੇ ਆ ਉਹ ਮੁੜਨ ਦਾ ਵੀ ਬੜਾ ਇੰਟਰਸਟਿੰਗ ਕਿੱਸਾ ਇਹ ਆ ਵੀ ਉਹਨਾਂ ਨੂੰ ਸਾਲ ਹੋ ਗਿਆ ਸੀ ਪੜ੍ਹਦਿਆਂ ਨੂੰ, ਇੱਥੇ ਬੈਠਿਆਂ ਨੂੰ। ਉਹ ਫੀਸਾਂ ਭਰ ਰਹੇ ਨੇ, ਸਭ ਕੁਝ ਕਰ ਰਹੇ ਨੇ। ਹੁਣ ਉਹ ਗਏ ਸੀ ਸਿਰਫ ਉੱਥੇ ਤੇ ਉਹ ਗਏ ਤੇ ਉਹ ਮੋੜੇ। ਉਹ ਮੁੜਨ ਦੀ ਜਿਹੜੀ ਸਟੋਰੀ ਆ ਜੇ ਤੁਸੀਂ ਵਿੱਚੋਂ ਲੱਭੋਗੇ ਉਹ ਸਟੋਰੀ ਸਿਰਫ ਇੰਨੀ ਸੀ ਵੀ ਉਹਨਾਂ ਦੇ ਕੰਪਿਊਟਰ ਸਿਸਟਮ ਨੇ ਫਲੈਗ ਕਰਤਾ ਵੀ ਇਹਨਾਂ ਦੀਆਂ ਤਾਂ ਬੈਂਕ ਸਟੇਟਮੈਂਟਾਂ ਜਮਾਂ ਹੀ ਮੈਚ ਕਰ ਰਹੀਆਂ ਨੇ। ਬਾਈ ਜੀ ਇਹ ਕਿਹੋ ਜੀ ਗੱਲ ਕਰਦੇ ਹੋ? ਬੰਦਾ ਉਹ ਸਾਰਾ ਕੁਝ ਪੜ੍ਹ ਰਿਹਾ, ਸਾਰਾ ਕੁਝ ਕਰ ਰਿਹਾ, ਫਿਰ ਇਹ ਕਿੱਦਾਂ ਪੋਸੀਬਲ ਆ? ਵੀ ਇਹਦੇ ਤੇ ਵੀ ਮਾੜਾ ਜਿਹਾ ਚਾਨਣਾ ਪਾ ਦਿਓ। ਨਹੀਂ ਉਹ ਕੀਤਾ ਨਾ, ਕਿਉਂਕਿ ਉਹ ਬੈਂਕ ਸਟੇਟਮੈਂਟਾਂ ਕਿਸੇ ਭੱਦਰ ਪੁਰਸ਼ ਨੇ ਇੱਕ ਥਾਂ ਹੀ ਉਹ ਸਾਰੇ ਲੋਨ ਚੱਕ ਕੇ ਇਕੱਠੀਆਂ ਕਰਾਈਆਂ, ਇੱਕੋ ਜੀਆਂ ਛਾਪੀਆਂ, ਸਟੂਡੈਂਟਾਂ ਨੂੰ ਫੜਾਤੀਆਂ, ਚਲੋ ਜੀ ਤੁਸੀਂ ਤਾਂ ਆਸਟ੍ਰੇਲੀਆ ਪਹੁੰਚ ਗਏ। ਤੇ ਉਹ ਉੱਥੇ ਪਹੁੰਚੇ ਨੇ ਤੇ ਉਹ ਕਹਿੰਦੇ ਵੀ ਨਹੀਂ, ਕਿ ਬਸ ਡੰਡਾ ਡੋਰਾ ਚੱਕੋ ਤੇ ਵਾਪਸ ਚੱਲੋ। ਸੋ ਇਹ ਚੀਜ਼ਾਂ ਹੋਣ ਵਾਲੀਆਂ ਵੀ ਵਿਜ਼ਟਰ ਵੀਜ਼ੇ 'ਚ ਵੀ ਹੋਣ ਵਾਲੀਆਂ, ਸਟੂਡੈਂਟ ਪਰਮਿਟ 'ਚ ਵੀ ਹੋਣ ਵਾਲੀਆਂ ਤੇ ਸਪਾਊਜ਼ਲ ਓਪਨ ਵਰਕ ਪਰਮਿਟ 'ਚ ਤਾਂ ਆਪਾਂ ਦੇਖ ਹੀ ਰਹੇ ਹਾਂ ਵੀ ਜਿਹੜੀ ਮਿਸਰੈਪ ਦੇ ਆਲਰੇਡੀ ਕਿੰਨੇ ਉਹ ਆਉਂਦੇ ਆ। ਬਟ ਅੱਗੇ ਇਹ ਚੀਜ਼ ਹੋਰ ਵਧੂਗੀ। ਬਾਈ ਜੀ ਗੱਲ ਆਖਿਰ ਦੇ ਵਿੱਚ ਮੈਂ ਇੱਕ ਹੀ ਗੱਲ ਕਹਿਣਾ ਹੁੰਦਾ ਕਿ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਨਾ, ਇੱਕ ਵਾਰੀ ਚੰਗੀ ਤਰ੍ਹਾਂ ਕਰ ਲਓ, ਤੁਹਾਡੇ ਪੈਸਿਆਂ ਦਾ ਮੁੱਲ ਮੁੜ ਜਾਂਦਾ। ਬਾਕੀ ਅਸੀਂ ਬਾਈ ਸਮਝਾ ਨਹੀਂ ਸਕਦੇ ਤੇ ਆਪਾਂ ਅਗਲੇ ਮੁੱਦੇ ਵੱਲ ਬਾਈ ਜੀ ਵਧੀਏ। ਕਿਊਬਿਕ ਦੇ ਸਟੂਡੈਂਟਾਂ ਦਾ ਨਾਲ ਜੋ ਮੰਦਭਾਗੀ ਘਟਨਾ ਵਾਪਰੀ ਆ, ਬਾਈ ਜੀ ਇੱਕ ਚੀਜ਼ ਤੁਸੀਂ ਦੇਖੀ ਆ, ਆਪਾਂ ਸਾਰੇ ਜਾਣੇ ਇਸ ਵੀਡੀਓ ਨੂੰ ਦੇਖਣਗੇ, ਤੁਸੀਂ ਸਾਰੇ ਦੇਖਿਓ ਕਿ ਪਹਿਲਾਂ ਬੜਾ ਕਿਊਬਿਕ ਆਏ ਆ ਜੀ, ਫਲਾਨਾ ਜੀ ਕਿਊਬਿਕ ਦੇ ਵਿੱਚ ਆਹ ਚੀਜ਼ ਆ। ਕਿਸੇ ਇੱਕ ਏਜੰਟ ਨੇ ਇਹਦੇ ਬਾਰੇ ਗੱਲ ਨਹੀਂ ਕੀਤੀ ਜਿਹੜੇ ਅਨਆਥੋਰਾਈਜ਼ਡ ਲੋਕ ਬੈਠੇ ਆ। ਕਾਰਨ ਕੀ ਆ ਬਾਈ ਜੀ? ਕਿਊਬਿਕ ਤਾਂ ਆਪਾਂ ਪਹਿਲਾਂ ਡਾਟਾ ਤੋਂ ਸ਼ੁਰੂ ਕਰਦੇ ਹਾਂ। ਜਿਹੜੇ 3 ਕਾਲਜ ਬੈਂਕਰਪਟ ਹੋਏ ਆ ਹਾਂਜੀ। ਉੱਥੇ ਬਾਈ ਜੀ 98.2% ਆਪਣੇ ਵਾਲੇ ਜਵਾਕ ਪੜ੍ਹ ਰਹੇ ਆ। ਜਾਣੀ ਕਿ ਪੰਜਾਬੀ ਆ, ਆਪਣੀ ਕਮਿਊਨਿਟੀ ਆ। ਹਾਂ, ਉਹਨਾਂ 'ਚ ਮਤਲਬ ਕੁਛ ਲਾ ਲਓ ਵੀ ਦਿੱਲੀ ਹਰਿਆਣਾ ਲਾ ਲਓ ਵੀ ਗੁਜਰਾਤ ਲਾ ਲਓ, ਬਟ ਇੰਡੀਅਨ ਕਹਿ ਲਓ ਵੀ 98 ਇੰਡੀਅਨ ਕਹਿ ਲਓ। ਚਲੋ 100 'ਚੋਂ 98 ਬੱਚਾ ਇੰਡੀਅਨ ਹੈ। ਉੱਥੇ ਨਾ ਕੋਈ ਯੂਰਪ 'ਚੋਂ ਆ ਰਿਹਾ, ਨਾ ਕੋਈ ਅਫਰੀਕਾ ਤੋਂ ਆ ਰਿਹਾ, ਉੱਥੇ ਇੰਡੀਆ ਤੋਂ ਆ ਰਿਹਾ। ਇੰਡੀਆ ਤੋਂ ਆਉਣ ਦਾ ਕਾਰਨ ਕੀ ਬਣਦਾ? ਕਿਉਂਕਿ
ਮੈਂ ਇੱਥੇ ਇੱਕ ਬੱਚੇ ਨੂੰ ਲੈ ਕੇ ਆਉਣਾ, ਮੈਨੂੰ ਜੋ ਕਾਲਜ ਪੇ ਕਰਦਾ ਉਹਦੇ ਤੋਂ ਡਬਲ ਟ੍ਰਿਪਲ ਮੈਨੂੰ ਕਿਊਬਿਕ ਪੇ ਕਰਦਾ, ਬਟ ਆਪਾਂ ਲੈ ਕੇ ਨਹੀਂ ਆਉਂਦੇ ਉੱਥੇ। ਬਾਈ ਜੀ ਕਿਉਂ ਨਹੀਂ ਲੈ ਤੁਸੀਂ ਕੇ? ਬੜੇ, ਇੱਕ ਗੱਲ ਮੈਂ ਇੱਥੇ ਕਹਿ ਦਿਆਂ ਵੀ ਤੁਸੀਂ ਜਾਣੀ ਕਿ ਬੜੇ ਖਿਲਾਫ ਹੋ, ਤੇ ਮੈਂ ਵੀ ਇਸ ਚੀਜ਼ ਦੇ ਬੜਾ ਖਿਲਾਫ ਹੈ ਵੀ ਮੈਨੂੰ ਕਿਊਬਿਕ ਪਸੰਦ ਨਹੀਂ ਆ। ਇੱਕ ਗੱਲ ਹੈ ਵੀ ਕਿਉਂ ਬੱਚਿਆਂ ਦੇ ਜਾਣੀ ਕਿ ਉੱਥੇ ਤੁਹਾਨੂੰ ਕਮਿਸ਼ਨ ਜ਼ਿਆਦਾ, ਜਿਹੜੇ ਏਜੰਟ ਆ ਉਹਨਾਂ ਨੂੰ ਕਮਿਸ਼ਨ ਜ਼ਿਆਦਾ ਮਿਲਦਾ, ਸਾਰੀਆਂ ਚੀਜ਼ਾਂ ਜ਼ਿਆਦਾ ਮਿਲਦੀਆਂ, ਬਟ ਮੈਂ ਸੇਫ ਨਹੀਂ ਮੰਨਦਾ ਬਾਈ ਜੀ। ਠੀਕ ਹੈ, ਇਹਦੇ ਪਿੱਛੇ ਰੀਜ਼ਨ ਤੁਸੀਂ ਕਲੀਅਰ ਕਰ ਦਿਓ ਵੀ ਕਾਰਨ ਕੀ ਹੈ ਇਹ ਸਾਰਾ, ਇੱਥੋਂ ਤੱਕ ਗੇਮ ਪਹੁੰਚੀ ਕਿਵੇਂ? ਗੇਮ ਤਾਂ ਇਹ ਜੀ ਕਾਫੀ ਪੁਰਾਣੀ ਆ, ਜੇ ਮਤਲਬ ਇਹਦੀ ਕੋਈ ਹਿਸਟਰੀ 'ਚ ਜਾਵੇ ਤਾਂ, ਜੇ ਮਤਲਬ ਤੁਹਾਨੂੰ ਸ਼ਾਇਦ ਇੱਕ ਕਾਲਜ ਹੁੰਦਾ ਸੀ ਲੈਸਟਰ ਬੀ ਪੀਅਰਸਨ 2015 ਦੇ ਆਲੇ ਦੁਆਲੇ, ਉਹ ਕਾਲਜ ਆ ਕੇ ਬੈਂਕਰਪਸੀ ਉਹਨਾਂ ਟਾਈਮਾਂ ਦੇ ਵਿੱਚ ਡਿਕਲੇਅਰ ਕਰਦਾ, ਤੇ ਉਸ ਤੋਂ ਬਾਅਦ 2 ਜਣਿਆਂ ਤੇ ਕੇਸ ਹੁੰਦਾ, ਜਿਨ੍ਹਾਂ 'ਚ ਕੈਰੋਲੀਨ ਮੈਸਟੈਂਟਿਊਨੋ ਤੇ ਦੂਜੀ ਦਾ ਵੀ ਕੁਛ ਸੀ ਤੇ ਨਾਮ ਸੀ, ਕ੍ਰਿਸਟੀ ਸੀ ਸ਼ਾਇਦ, ਜਾਂ ਕ੍ਰਿਸਟੀਨਾ ਮੈਸਟੈਂਟਿਊਨੋ ਸੀ, ਉਹ 2 ਜਣਿਆਂ ਤੇ ਕੇਸ ਹੁੰਦਾ। ਤੇ ਉਹ ਚਲੋ ਗੱਲ ਉਹ ਤੋਂ ਬਾਅਦ ਰਫਾ ਦਫਾ ਹੋ ਜਾਂਦੀ ਹੈ, ਤੇ ਫਿਰ ਮੁੜ ਕੇ ਉਹ 2 ਜਣੀਆਂ ਤੇ ਉਹਨਾਂ ਦਾ ਜਿਹੜਾ ਮਤਲਬ ਮੇਨ ਬੰਦਾ ਸੀ, ਉਹ ਰਾਈਜ਼ਿੰਗ ਫੀਨਿਕਸ ਗਰੁੱਪ ਬਣਾਉਂਦੇ ਆ। ਰਾਈਜ਼ਿੰਗ ਫੀਨਿਕਸ ਗਰੁੱਪ ਦੇ ਵਿੱਚ ਕੁਝ ਆਪਣੇ ਪੰਜਾਬੀ ਦੇਸੀ ਇਹਨਾਂ ਦੇ ਜਿਹੜੇ ਆਪਣੇ ਗਰੁੱਪ ਨੇ, ਚਲੋ ਹੁਣ ਆਪਾਂ ਨਾਮ ਨਹੀਂ ਲੈ ਸਕਦੇ, ਉਹ ਉਹਨਾਂ ਨਾਲ ਸ਼ਾਮਲ ਹੁੰਦੇ ਆ। ਉਹ ਤੋਂ ਬਾਅਦ ਫਿਰ ਪੰਜਾਬ ਵਾਲੇ ਕੁਝ ਵੱਡੇ ਨਾਮ ਨੇ, ਜਿਹੜੇ ਏਜੰਟ ਨੇ, ਜਿਹੜੇ ਸਿੱਧੇ ਉਹਨਾਂ ਨਾਲ ਡਾਇਰੈਕਟਲੀ ਸ਼ਾਮਲ ਹੁੰਦੇ ਆ, ਤੇ ਉਹਨਾਂ ਜਿਹੜੇ ਪੈਕੇਜ ਬਣਦੇ ਸੀ ਫਿਰ ਵੀ, ਹਾਂ ਵੀ ਤੁਹਾਡੇ 5.5 ਬੈਂਡ ਆ, 5 ਬੈਂਡ ਆ, ਕੋਈ ਚੱਕਰ ਨਹੀਂ, ਤੁਸੀਂ ਪੈਸੇ ਬਾਅਦ ਚ ਦੇਣੇ ਆ, 15 ਲੱਖ ਰੱਖਣਾ ਇੱਥੇ ਤੇ ਤੁਹਾਨੂੰ ਅਸੀਂ ਉੱਥੇ ਭੇਜਾਂਗੇ। ਸੋ ਇਹ ਪੂਰਾ ਇੱਕ ਕੌਂਗਲੋਮਰੇਟ ਸੀ, ਪੂਰਾ ਇੱਕ ਕਹਿ ਲਓ ਵੀ ਵੱਡਾ ਉਹ ਸੀ, ਤੇ ਉਹ ਉੱਥੋਂ ਸ਼ੁਰੂ ਹੋਇਆ ਵੀ ਉਹਨਾਂ ਦਾ ਤਾਂ ਕੰਮ ਹੀ ਇਹ ਸੀ ਵੀ ਹਾਂ ਵੀ ਪੈਸਾ ਹੀ ਬਣਾਉਣਾ ਸੀ ਇਹ ਕਾਲਜ। ਅੱਛਾ, ਇੱਥੇ ਕਿਤੇ ਨਾ ਕਿਤੇ ਆਪਣੇ ਸਟੂਡੈਂਟ ਸੀ ਜਿਹੜੇ, ਉਹਨਾਂ ਨੇ 2 ਗਲਤੀਆਂ ਕੀਤੀਆਂ। ਇੱਕ ਤਾਂ ਉਹ ਸੀ ਜਿਨ੍ਹਾਂ ਦੇ ਆਇਲਸ 'ਚ ਸਕੋਰ ਨਹੀਂ ਆਉਂਦੇ ਸੀ, 5 ਬੈਂਡ ਵਾਲੇ ਸੀ, 5.5 ਬੈਂਡ ਵਾਲੇ ਸੀ, ਉਹਨਾਂ ਨੇ ਕਿਹਾ ਵੀ ਨਹੀਂ ਅਸੀਂ ਮਿਹਨਤ ਨਹੀਂ ਕਰ ਸਕਦੇ, ਸਾਡੇ ਤੋਂ ਨਹੀਂ ਆ ਰਹੇ, ਅਸੀਂ ਤਾਂ ਜਾਣਾ ਹੀ ਜਾਣਾ। ਸੋ ਉਹਨਾਂ ਵਾਸਤੇ ਰਸਤਾ ਹੋਰ ਕੋਈ ਨਹੀਂ ਸੀ, ਪਬਲਿਕ ਕਾਲਜ ਆ ਜਿਹੜੇ ਐਡਮਿਸ਼ਨ ਨਹੀਂ ਦਿੰਦੇ। ਠੀਕ ਆ ਜੀ। ਦੂਜਾ, ਜਿਨ੍ਹਾਂ ਦੇ ਬੈਂਡ ਵੀ ਬਹੁਤ ਵਧੀਆ ਸੀ, ਜਿਹੜੇ ਆਏ ਇੱਥੇ ਕਈ ਬਹੁਤ ਕਾਲਜਾਂ 'ਚ, ਬਟ ਇੱਥੋਂ ਚੇਂਜ ਕਰਾ ਕੇ ਗਏ। ਕਿਉਂ ਗਏ? ਕਹਿੰਦੇ ਜੀ ਕਾਲਜ ਤਾਂ ਲੱਗਦਾ ਹੀ ਨਹੀਂ, 2 ਦਿਨ ਸ਼ਕਲ ਦਿਖਾਉਣ ਜਾਣਾ, ਬਾਕੀ 5 ਦਿਨ ਬਰੈਂਪਟਨ ਰਹੋ, ਕੰਮ ਕਰੋ, 2 ਦਿਨ ਗੱਡੀ ਭਰ ਕੇ ਉੱਥੇ ਜਾਵਾਂਗੇ, ਲੈ ਤੂੰ ਤਾਂ ਸੌਖੀ ਗੱਲ ਹੀ ਕੋਈ ਨਹੀਂ। ਉਹ ਸੌਖਾ ਕਰਦੇ ਕਰਦੇ ਮਤਲਬ ਹੁਣ ਇਹ ਹਾਲਾਤ ਹੋ ਗਏ ਵੀ ਜਮਾਂ ਹੀ ਔਖਾ ਕਰਕੇ ਬਹਿ ਗਏ ਆਪਾਂ ਇੱਥੇ ਕਿਤੇ ਵੀ ਕਾਲਜ ਵਾਲਿਆਂ ਨੂੰ, ਜਿਹੜੇ ਉਹਨਾਂ ਨਾਲ ਲੋਕ ਜੁੜੇ ਸੀ, ਜਿਹੜੇ ਏਜੰਟ ਸੀ, ਉਹਨਾਂ ਨੂੰ ਬਰੀ ਨਹੀਂ ਕਰ ਰਹੇ। ਉਹ ਬਹੁਤ ਵੱਡਾ ਫਰਾਡ ਹੈ, ਬਹੁਤ ਵੱਡੇ ਲੈਵਲ ਤੇ ਫਰਾਡ ਹੋਇਆ। ਉਹਨਾਂ ਨੇ ਆਖਰੀ ਟਾਈਮ ਤੱਕ ਲੋਕਾਂ ਤੋਂ ਧਮਕਾ ਕੇ ਪੈਸੇ ਲਏ ਆ ਵੀ ਜੇ ਤੁਸੀਂ ਸਰਟੀਫਿਕੇਟ ਲੈਣੇ ਆ ਤਾਂ ਲਾਸਟ ਫੀਸ ਭਰੋ, ਜਦੋਂ ਕਿ ਸਭ ਨੂੰ ਪਤਾ ਸੀ ਕਾਲਜ ਬੰਦ ਹੋ ਰਿਹਾ। ਸੋ ਫਰਾਡ ਬਹੁਤ ਵੱਡਾ। ਬਟ ਆਪਣੀ ਉਹੀ ਫੇਰ ਦੁਬਾਰੇ ਗੱਲ ਆ ਵੀ ਮੈਂ ਜਿਹੜੇ ਵੀ ਬੰਦੇ ਨੇ ਅੱਜ ਤੱਕ ਮੈਨੂੰ ਕਦੇ ਸਲਾਹ ਵਾਸਤੇ ਫੋਨ ਕੀਤਾ, ਮੈਂ ਉਹਨੂੰ ਕਿਹਾ ਤੂੰ ਕਿਊਬਿਕ 'ਚ ਐਡਮਿਸ਼ਨ ਨਹੀਂ ਲੈਣੀ। ਬਟ ਉਹਨਾਂ 'ਚੋਂ ਕਿਊਬਿਕ 'ਚ ਐਡਮਿਸ਼ਨ ਵਾਲੇ ਵੀ ਬਹੁਤ ਹੋਣਗੇ ਜਿਨ੍ਹਾਂ ਨੇ ਮੁੜ ਕੇ ਮੈਨੂੰ ਫੋਨ ਹੀ ਨਹੀਂ ਕੀਤਾ ਵੀ ਇਹ ਤਾਂ ਬੰਦਾ ਸਲਾਹ ਹੀ ਨਹੀਂ ਸਹੀ ਦੇ ਰਿਹਾ ਸਾਨੂੰ। ਸੋ ਆਪਾਂ ਸਿਰਫ ਸਲਾਹ ਦੇ ਸਕਦੇ ਹੁੰਦੇ ਹਾਂ ਉਸ ਟਾਈਮ ਦੇ ਉੱਪਰ। ਤੇ ਹੁਣ ਵੀ ਤੁਹਾਨੂੰ ਮੈਂ ਇੱਕ ਹੋਰ ਗੱਲ ਇੱਥੇ ਮੈਂ ਕਹਿ ਰਿਹਾ, ਬਹੁਤ ਦਾਅਵੇ ਨਾਲ ਕਹਿ ਰਿਹਾ ਵੀ ਇਹ ਸਾਰੇ ਕਾਲਜ ਇਹੀ ਬਿਲਡਿੰਗਾਂ ਹੋਣਗੀਆਂ, ਕਿਸੇ 9 ਥੱਲੇ ਆਉਣਗੇ, ਓਨਰ ਹੋਰ ਹੋਣਗੇ, ਉਹਨਾਂ 'ਚ ਹਿੱਸਾ ਇੰਨਾ ਹੀ ਬੰਦਿਆਂ ਦਾ ਦੁਬਾਰੇ ਹੋਊਗਾ ਜਿਹੜੇ ਹੁਣ ਨੇ, ਤੇ ਫੇਰ ਦੁਬਾਰੇ ਚੱਲਣਗੇ। ਤੇ ਇੱਥੇ ਫੇਰ ਦੁਬਾਰੇ ਆਪਣੇ ਵਾਲੇ ਫੇਰ ਆਉਣਗੇ, ਆਪਾਂ ਫੇਰ ਰੌਲਾ ਪਾਵਾਂਗੇ ਨਾ ਜਾਓ, ਫੇਰ ਆਉਣੇ ਆ 5-7 ਸਾਲਾਂ ਨੂੰ, ਫੇਰ ਆਹੀ ਕੁਛ ਹੋਣਾ, ਇਹ ਰਿਪੀਟ ਹੁੰਦਾ। ਬਾਈ ਜੀ ਇੱਕ ਗੱਲ ਤਾਂ ਜ਼ਰੂਰ ਹੈਗੀ ਆ ਕਿ ਜਿਹੜਾ ਬੰਦਾ ਇੰਡੀਆ ਬੈਠਾ ਅਨਆਥੋਰਾਈਜ਼ਡ ਪਰਸਨ ਹੈਗਾ, ਠੀਕ ਹੈ, ਬੱਚੇ ਨੂੰ ਨਹੀਂ ਪਤਾ ਹੁੰਦਾ। ਬਟ ਮੈਂ ਮੰਨਦਾ ਕਿ ਕਿਤੇ ਨਾ ਕਿਤੇ ਸਾਡੇ, ਅਸੀਂ ਮੰਨ ਲਓ ਮੈਂ ਵੀ ਇੱਕ ਪਿੰਡ ਤੋਂ ਆ ਬਾਈ ਜੀ, ਉਸ ਪਿੰਡ ਤੋਂ ਆ ਜਿੱਥੇ ਬਿਲਕੁਲ ਬਾਰਡਰ ਤੇ ਮੈਂ ਰਹਿੰਦਾ ਸੀ, ਅਤੇ ਜਿੱਥੇ ਨੈਟਵਰਕ ਵੀ ਨਹੀਂ ਆਉਂਦਾ। ਠੀਕ ਹੈ, ਤੇ ਮੇਰੇ ਤਾਇਆ ਜੀ ਸਰਦਾਰ ਗੁਰਦੀਪ ਸਿੰਘ ਅੱਜ ਵੀ ਜਿਉਂਦੇ ਜਾਗਦੇ ਹੈਗੇ, ਤੇ ਅਸੀਂ ਬੜੀ ਮਿਹਨਤ ਕਰਨੀ ਵੀ ਕਿਸੇ ਤਰੀਕੇ ਨਾਲ ਨਾ ਅਵੇਅਰਨੈਸ ਲਿਆਂਦੀ ਜਾਵੇ, ਪਿੰਡ 'ਚ ਨੈਟਵਰਕ ਤਾਂ ਆਵੇ, ਰਿਸ਼ਤੇਦਾਰਾਂ ਨੇ ਨਾ ਆਉਣਾ। ਠੀਕ ਹੈ, ਤੇ ਉਹ ਗੱਲ ਬੜੀ ਇਹ ਬਣ ਗਈ ਕਿ ਅਵੇਅਰਨੈਸ ਤਾਂ ਆਊਗੀ ਜੇ ਬਾਈ ਜੀ ਸਾਡੇ ਵਰਗੇ ਆਪਣੇ ਲੋਕ ਜਿਹੜੇ ਹੈਗੇ ਉਹ ਅੱਗੇ ਹੋ ਕੇ ਇਹਨਾਂ ਨੂੰ ਦੱਸਣਗੇ। ਬਟ ਕਈ ਲੋਕ ਅਵੇਅਰ ਹੋ ਕੇ ਵੀ ਬਾਈ ਜੀ ਦੂਜੇ ਦੇ ਜਵਾਕ ਨੂੰ ਧੱਕਾ ਦਿੰਦੇ ਆ। ਕੁਝ ਕੰਸਲਟੈਂਟ ਇਦਾਂ ਦੇ ਆ, ਆਪਦੇ ਬੈਨੀਫਿਟ ਦੇ ਲਈ ਜਵਾਕਾਂ ਨੂੰ ਉੱਥੇ ਭੇਜਦੇ ਆ। ਠੀਕ ਹੈ, ਚੰਗਾ ਕਮਿਸ਼ਨ ਲੈਂਦੇ ਆ। ਬਾਈ ਜੀ ਕੰਮ ਸਾਰਿਆਂ ਦਾ, ਧੰਦਾ ਸਾਰਿਆਂ ਨੇ ਕਰਨਾ। ਠੀਕ ਹੈ, ਕਿਸੇ ਨੇ ਚੰਗਾ ਕਰ ਲੈਣਾ, ਕਿਸੇ ਨੇ ਮਾੜਾ ਕਰ ਲੈਣਾ, ਆਪਾਂ ਮਾੜਾ ਨਹੀਂ ਕਹਿੰਦੇ। ਪਰ ਇੱਕ ਗੱਲ ਹੈਗੀ ਆ ਵੀ ਜਦੋਂ ਐਡਾ ਵੱਡਾ ਸਕੈਮ ਹੋਇਆ ਬਾਈ ਜੀ, ਉਹਨਾਂ ਲੋਕਾਂ ਨੇ ਕਿਉਂ ਨਹੀਂ ਪੁੱਛਿਆ? ਉਹਨਾਂ ਲੋਕਾਂ ਨੇ ਇੱਕ ਵੀ ਵੀਡੀਓ, ਇੱਕ ਵੀ ਗੱਲ ਨਹੀਂ ਕੀਤੀ। ਪਰ ਸਾਡੇ ਵਾਲੇ ਫੇਰ ਅੰਨੇ ਦੇ ਅੰਨੇ ਆ ਵੀ ਉਹੀ ਪੰਜਾਬ ਦੇ ਵਿੱਚ ਜਿਵੇਂ ਚੁਣਾਵ ਹੁੰਦੇ ਆ ਬਾਈ ਜੀ, ਅਸੀਂ
ਸਿਆਸੀ ਲੀਡਰਾਂ ਨੂੰ ਦੇਖਦੇ ਹਾਂ ਅਸੀਂ ਫਿਰ ਫਸ ਜਾਂਦੇ ਹਾਂ, ਅਸੀਂ ਫਿਰ ਬਿਲਕੁਲ ਉੱਥੇ ਦੇ ਉੱਥੇ ਫਸੇ ਜਾਂਦੇ ਹਾਂ। ਫਿਰ 5 ਸਾਲ ਨਿਕਲ ਜਾਂਦੇ, ਸਾਡੇ ਮੂੰਹ ਤੇ ਚਪੇੜ ਵੱਜਦੀ, ਫਿਰ ਅਸੀਂ ਮਹੀਨਾ ਕੁ ਐਂ ਕਹਿਣਾ ਵੀ ਨਹੀਂ ਨਹੀਂ ਐ ਨਹੀਂ, ਐਂ ਕਰ ਦਾਂਗੇ। ਉਹ ਗੱਲ ਬਾਈ ਜੀ ਬਹੁਤ ਵੱਡੀ ਆ ਅੱਛਾ, ਸਾਡੇ ਮੈਂ ਦਿਮਾਗ 'ਚ। ਇਹਦੇ ਚ ਨਾ ਸਿਮਰ ਇੱਕ ਹੋਰ ਗੱਲ ਐਡ ਕਰਦਾ ਵੀ ਕਿਊਬਿਕ ਦੇ, ਚਲੋ ਕਿਊਬਿਕ ਚ ਪਬਲਿਕ ਕਾਲਜ ਵੀ ਹੈਗੇ, ਸੀਜੈਪ ਹੈਗੇ, ਜਿਹੜੇ ਵਧੀਆ ਕਾਲਜ ਵੀ ਹੈਗੇ, ਬਟ ਮੈਂ ਫੇਰ ਵੀ ਕਹਿੰਦਾ ਸਾਰਿਆਂ ਨੂੰ ਵੀ ਕਿਊਬਿਕ ਚ ਨਾ ਜਾਓ ਅਨਲੈਸ ਤੁਸੀਂ ਯੂਨੀਵਰਸਿਟੀ ਚ ਜਾ ਰਹੇ ਹੋ, ਤੁਸੀਂ ਕੰਕੋਡੀਆ ਚ ਜਾ ਰਹੇ ਹੋ, ਤੁਸੀਂ ਯੂਡੈਮ ਚ ਜਾ ਰਹੇ ਹੋ, ਤੁਸੀਂ ਮੈਕਗਿਲ ਚ ਜਾ ਰਹੇ ਹੋ, ਉਹ ਵਰਲਡ ਕਲਾਸ ਯੂਨੀਵਰਸਿਟੀਜ਼ ਨੇ, ਉਹਨਾਂ ਨੂੰ ਛੱਡ ਦਿਓ, ਹੋਰ ਕਿਸੇ ਕਾਲਜ ਚ ਨਾ ਜਾਓ। ਰੀਜ਼ਨ ਬੀਂਗ, ਕਿਊਬਿਕ ਨੇ 2009 ਦੇ ਵਿੱਚ ਇੱਕ ਪਾਲਿਸੀ ਕੱਢੀ ਸੀ ਕਿ ਜਿਹੜਾ ਕਿਊਬਿਕ ਦੇ ਵਿੱਚ ਪੜ੍ਹਿਆ ਉਹ ਬਿਨਾਂ ਐਕਸਪੀਰੀਅੰਸ ਤੋਂ ਵੀ ਅੰਡਰ ਕਿਊਬਿਕ ਐਕਸਪੀਰੀਅੰਸ ਕਲਾਸ QEC ਚ ਅਸੀਂ ਉਹਨੂੰ CSQ ਦੇਵਾਂਗੇ ਤੇ ਉਹਨੂੰ PR ਕਰਾਵਾਂਗੇ। ਹੂੰ ਹੂੰ। ਉਹ ਪਾਲਿਸੀ 2019 ਵੀ ਆਉਂਦੇ ਆਉਂਦੇ ਇਹਨਾਂ ਨੇ ਜਮਾਂ ਝੁੱਗਾ ਚੱਕਤਾ ਵੀ ਸਾਡਾ ਕੋਈ ਲੈਣਾ ਦੇਣਾ ਨਹੀਂ ਹੈਗਾ, ਕੋਈ ਲਾਗਾ ਦੇਗਾ ਨਹੀਂ ਹੈਗਾ। ਜੇ ਫਰੈਂਚ ਕਰ ਸਕਦੇ ਹੋ ਤਾਂ ਸਾਡੇ ਕੋਲ ਰਹੋ, ਨਹੀਂ ਨਾ ਅਸੀਂ ਨੰਬਰ ਦਈਏ, ਨਾ ਅਸੀਂ PR ਕਰੀਏ, ਜੋ ਕਰਨਾ ਕਰੋ। ਤੇ ਉਸ ਕੇਸ ਦੇ ਵਿੱਚ ਹੁਣ ਤੁਸੀਂ ਕਿਊਬਿਕ ਦੇ ਵਿੱਚ ਪੜ੍ਹੇ ਹੋ, ਠੀਕ ਆ, 100% ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਵੀ ਜਿਹੜੇ ਨਵੇਂ ਸਟੂਡੈਂਟ ਆਏ ਆ 2020 ਤੋਂ ਬਾਅਦ, ਜਦੋਂ ਦੇ ਇਹਨਾਂ ਦੇ ਰੂਲ ਚੇਂਜ ਹੋਇਆ, ਜਦੋਂ ਦਾ ਮੀਡੀ ਆਇਆ ਜਾਂ ਅਰੀਮਾ ਸਿਸਟਮ ਆਇਆ, ਉਹ ਤੋਂ ਬਾਅਦ +2 ਵਾਲੇ ਜਵਾਕ ਦੀ PR ਨਹੀਂ ਹੋਣੀ ਕਿਊਬਿਕ ਦੇ ਵਿੱਚ, ਸਿੱਧੀ ਜੀ ਗੱਲ ਆ। ਬਾਈ ਤੇ ਜੀ ਉੱਥੋਂ ਤਾਂ ਇੱਕ ਮਿੰਟ ਮੈਂ ਟੋਕਤਾ ਬਾਈ ਜੀ, ਸੌਰੀ ਮੈਂ ਮਾਫੀ ਚਾਹਣਾ ਬਾਈ, ਨਹੀਂ ਉੱਥੋਂ ਤਾਂ ਇਹ ਕਹਿ ਨਹੀਂ ਕੇ ਚੜਾਇਆ ਜਾਂਦਾ ਕਿ PR ਤੁਹਾਡੀ ਵੱਟ ਤੇ ਪਈ ਆ। ਨਹੀਂ, ਕਿਊਬਿਕ ਦੇ ਵਿੱਚ PR ਤਾਂ ਮੈਨੂੰ ਰਸਤਾ ਦੱਸੋ ਨਾ ਕੀ ਆ, ਕਿਹੜੇ ਪ੍ਰੋਗਰਾਮ 'ਚ ਹੋਊਗੀ। ਜਿਹੜਾ ਕਿਊਬਿਕ ਐਕਸਪੀਰੀਅੰਸ ਕਲਾਸ ਚੱਲਦਾ ਸੀ ਉਹਦੇ 'ਚ ਇਹਨਾਂ ਨੇ ਫਰੈਂਚ ਨੂੰ ਹਾਈਲੀ ਵੇਟਡ ਕਰਤਾ। ਆਪਣੇ ਵਾਲਿਆਂ 'ਚੋਂ ਕਿੰਨੇ ਜਵਾਕਾਂ ਨੂੰ ਫਰੈਂਚ ਆਉਂਦੀ ਆ? ਬਹੁਤ ਘੱਟ ਹੈ ਅੱਛਾ, ਜੀ। ਉਹ ਤੋਂ ਬਾਅਦ ਜਿੰਨੇ ਪ੍ਰੋਗਰਾਮ ਚੱਲਦੇ ਆ ਜਿਹੜੇ ਫੈਡਰਲ ਨੇ, ਤੁਸੀਂ CEC ਦੀ ਗੱਲ ਕਰ ਲਓ, ਤੁਸੀਂ ਜਿਹੜੇ ਫੈਡਰਲ ਦੇ ਦੂਜੇ ਕਹਿ ਲਓ ਵੀ ਪਾਇਲਟ ਪ੍ਰੋਗਰਾਮ ਜਿਵੇਂ ਆਉਂਦੇ ਆ ਜਾਂ ਪੱਕੇ ਵੀ ਹੋ ਜਾਂਦੇ ਆ, TR2 PR ਆਇਆ, ਅਟਲਾਂਟਿਕ ਇਮੀਗ੍ਰੇਸ਼ਨ ਪਾਇਲਟ ਚੱਲਦਾ, RNIP ਚੱਲਦਾ, ਤੁਸੀਂ ਐਲੀਜੀਬਲ ਹੈ ਨਹੀਂ। ਪਹਿਲਾਂ ਤੁਸੀਂ ਉੱਥੋਂ ਮੂਵ ਹੋਵੋਗੇ, ਫਿਰ ਤੁਸੀਂ ਦਿਖਾਓਗੇ ਵੀ ਹਾਂ ਅਸੀਂ ਬਾਹਰ ਰਹਿ ਰਹੇ ਹਾਂ, ਫਿਰ ਤੁਹਾਡੀ ਐਲੀਜੀਬਿਲਟੀ ਬਣੂਗੀ। ਜਿੰਨੇ ਕਿਊਬਿਕ ਸੀ ਮੈਥੋਂ ਹੁਣ ਅੱਜ ਉਹ ਮੈਨੂੰ ਦੱਸਣ ਵੀ TR2 PR ਵੇਲੇ ਉਹਨਾਂ ਨੇ ਕਿੰਨੇ ਪਾਪੜ ਵੇਲੇ ਵੀ ਅਸੀਂ ਕਿਸੇ ਤਰੀਕੇ ਤੇ ਐਲੀਜੀਬਲ ਹੋ ਜਾਈਏ, ਹੋਇਆ। ਪ੍ਰੋਬਲਮ ਇਹ ਹੈ ਨਾ ਵੀ ਤੁਸੀਂ ਜਿੱਥੇ ਤੁਹਾਨੂੰ ਦਿਖ ਰਿਹਾ ਕਿ ਤੁਹਾਡਾ ਫਿਊਚਰ ਕੋਈ ਨਹੀਂ ਹੈਗਾ, ਉੱਥੇ ਤੁਸੀਂ ਜਾ ਕਿਉਂ ਰਹੇ ਹੋ? ਮਸਲਾ ਤਾਂ ਇਹ ਹੈ ਨਾ ਵੀ ਜੇ ਤੁਹਾਨੂੰ ਕੋਈ ਦੱਸ ਰਿਹਾ ਵੀ ਤੁਸੀਂ ਉੱਥੇ ਜਾਓ, ਤੇ ਫਿਰ ਉਹ ਬੰਦਾ ਤੁਹਾਡੇ ਫਿਊਚਰ ਬਾਰੇ ਕਿੰਨਾ ਕੁ ਸੋਚ ਰਿਹਾ ਹੋਊਗਾ। ਹੁਣ ਮੇਰਾ ਕੁਛ ਨਹੀਂ ਜਾਂਦਾ ਹੈਗਾ, ਮੈਨੂੰ ਕਿਊਬਿਕ ਵਾਲੇ ਕਾਲਜ ਵੀ ਕਮਿਸ਼ਨ ਦੇ ਦੇਣਗੇ, ਮੈਂ ਉੱਥੇ ਭੇਜਾਂ, ਡਬਲ ਦਿੰਦੇ ਆ, ਪਰ ਮੈਂ ਭੇਜਾਂ ਕਿਉਂ ਜਿੱਥੋਂ ਮੈਨੂੰ ਪਤਾ ਵੀ ਉਹ ਅੱਗੇ ਜਾ ਕੇ ਉਹ ਬੰਦਿਆਂ ਨੇ ਉਹਨਾਂ ਦਾ ਕੁਝ ਬਣਨਾ ਨਹੀਂ। ਸੇਮ ਆਸਟ੍ਰੇਲੀਆ ਵਾਲੀ ਗੱਲ ਆ ਨਾ, ਮਤਲਬ ਮੈਥੋਂ ਲਿਖਾ ਕੇ ਲੈ ਲਓ, ਜਿਹੜੀ ਅੱਜ ਸਟੂਡੈਂਟ ਜਿਹੜਾ ਆਸਟ੍ਰੇਲੀਆ ਨੂੰ ਚੜ ਰਿਹਾ ਵੀ ਸਪੈਸ਼ਲੀ +2 ਵਾਲਾ ਜਾਂ ਜਿਹੜਾ ਜਿਹਦੀ ਆਇਲਸ ਹੈ ਨਹੀਂ, ਜਿਹੜਾ ਲੋ ਸਕਿਲਡ ਆ, ਵੀ ਉਹ ਆਸਟ੍ਰੇਲੀਆ ਦੇ ਵਿੱਚ PR ਕਿਵੇਂ ਹੋਊਗਾ, ਉਹ ਮੈਨੂੰ ਇੱਕ ਕੋਈ ਪਲਾਨ, ਕੋਈ ਉਹਨਾਂ ਦਾ ਕੋਈ ਏਜੰਟ ਦੱਸ ਦੇ, ਉਹ ਸਟੂਡੈਂਟ ਆਪ ਦੱਸ ਦੇਣ ਤਾਂ ਮੈਂ ਦੇਣਦਾਰ ਹਾਂ। ਕੋਈ ਪਲਾਨ ਹੀ ਹੈ ਨਹੀਂ ਉਹਨਾਂ ਕੋਲ PR ਹੋਣ ਦਾ, ਸਿਰਫ ਇੱਕ ਬਾਈ ਜੀ ਕਹਿਣ ਬਾਈ ਨੂੰ ਜੀ ਬਾਹਰ ਜਾਣਾ, ਤਾਂ ਉਹ ਹੋਰ ਗੱਲ ਆ। ਬਾਈ ਜੀ ਮੈਂ ਤੁਹਾਨੂੰ ਗੱਲ ਦੱਸਦਾ ਇੱਥੇ ਕਿ ਮੈਂ ਇੱਕ ਐਜ਼ ਏ ਯੂਟਿਊਬਰ, ਠੀਕ ਹੈ, ਤੇ ਮੈਂ ਇਸ ਚੀਜ਼ ਨੂੰ ਗੱਲ ਕਰਦਾ ਹੁਣ। ਮੇਰੇ ਕੋਲੇ ਵੀ ਬਹੁਤ ਸਾਰੀਆਂ ਮੇਲਸ ਪਈਆਂ, ਮੈਂ ਨਾਮ ਨਹੀਂ ਲਊਂਗਾ ਉਹਨਾਂ ਕਾਲਜਾਂ ਦੇ। ਟੋਰਾਂਟੋ ਦੇ ਵਿੱਚ ਵੀ ਬਹੁਤ ਸਾਰੇ ਕਾਲਜ ਹੈਗੇ ਜਿਹੜੇ 4-4 ਕਮਰਿਆਂ ਦੇ ਵਿੱਚ ਖੁੱਲੇ ਆ ਬਾਈ ਜੀ। ਜੇ ਮੈਂ ਬਿਲਕੁਲ ਨਾਂ ਲੈਤਾ ਤੇ ਸਾਡੀ ਕਮਿਊਨਿਟੀ ਦੇ ਕੁਝ ਲੋਕ ਉਹਨਾਂ ਨੂੰ ਪ੍ਰਮੋਟ ਕਰਦੇ, ਰੱਜ ਕੇ ਪ੍ਰਮੋਟ ਕਰਦੇ ਆ ਬਿਲਕੁਲ ਕਰਦੇ ਆ ਜੀ। ਬਾਈ ਜੀ। $2000 ਦੇ ਨਾਲ ਮੇਰਾ ਘਰ ਨਹੀਂ ਭਰ ਜਾਣਾ, ਮੈਂ ਸਿੱਧੀ ਗੱਲ ਕਹਿਣਾ ਹੁੰਨਾ ਬਾਈ ਜੀ। ਥੋੜਾ ਖਾ ਲਾਂਗੇ ਪਰ ਕਿਸੇ ਦੇ ਧੀ ਪੁੱਤ ਤੋਂ ਗਾਲਾਂ ਨਹੀਂ ਲੈਣੀਆਂ, ਠੀਕ ਹੈ, ਕਿਸੇ ਦਾ। ਕਿਉਂਕਿ ਅਸੀਂ ਹੁਣ ਰੱਬ ਨੇ ਧੱਕੇ ਧੁੱਕੇ ਦੇ ਕੇ, ਧੱਕੇ ਧੁੱਕੇ ਖਵਾ ਕੇ ਇੱਥੇ ਪਹੁੰਚ ਗਿਆ। ਹੁਣ ਅਸੀਂ ਲੋਕਾਂ ਦੇ ਜਵਾਕਾਂ ਨਾਲ ਉਹ ਕਰ ਦਈਏ ਫਿਰ ਵੀ ਨਹੀਂ, ਫਲਾਨੇ ਦਾ ਐਂ ਕਰਨਾ ਜੀ, ਫਲਾਨੇ ਦਾ ਜਿਉਂ ਕਰਨਾ। ਸੋ ਇਹਦੇ ਨਾਲੋਂ ਚੰਗਾ ਬਾਈ ਜੀ ਪ੍ਰਮੋਟ ਹੀ ਨਾ ਕਰੀਏ। ਬਿਲਕੁਲ ਨਹੀਂ, ਉਹੀ ਹੈ ਨਾ ਸਿਮਰ, ਜਿਵੇਂ ਤੁਸੀਂ ਆਪਣੀ ਗੱਲ ਦੱਸਦੇ ਸੀ ਨਾ ਵੀ ਬਹੁਤ ਲੋਕਾਂ ਨੂੰ ਇਹ ਲੱਗਦਾ ਹੋਊਗਾ ਵੀ ਇਹ ਤਾਂ ਪਤਾ ਨਹੀਂ ਕਿਹੜੀ ਪੋਜੀਸ਼ਨ 'ਚ ਬੈਠੇ ਨੇ, ਹਨਾ। ਵੀ ਜੇ ਮੇਰੀ ਗੱਲ, ਮੈਂ ਆਪਣੀ ਗੱਲ ਚਲੋ ਮੈਂ ਦੱਸ ਹੀ ਦਿੰਦਾ, ਹਨਾ, ਵੀ ਮੇਰੇ ਮੰਮੀ ਡੈਡੀ ਦੋਵੇਂ 8 ਪੜ੍ਹੇ ਆ। ਮੈਂ ਇਹੋ ਜਿਹੇ ਪਿੰਡ 'ਚ ਸੀ ਵੀ ਜਿੱਥੇ ਸਾਡੇ ਬੱਸ ਨਹੀਂ ਸੀ ਆਉਂਦੀ ਸਕੂਲ ਵਾਸਤੇ, ਤੇ ਸਾਨੂੰ ਉਹ ਛੱਡ ਕੇ ਆਉਂਦੇ ਸੀ ਪੜ੍ਹਾਉਣ ਵਾਸਤੇ। ਵੀ ਆਪਾਂ ਉਹਨਾਂ ਹਾਲਾਤਾਂ 'ਚ ਪੜ੍ਹੇ ਆ, ਪਿੰਡ ਵਾਲੇ ਛੋਟੇ ਸ਼ਹਿਰਾਂ 'ਚ ਉੱਠ ਕੇ ਆਏ ਆ ਉਰੇ, ਹਨਾ। ਤੇ ਵੀ ਆਪਾਂ ਉਹ ਸਟਰਗਲਸ ਦੇਖੀਆਂ ਨੇ, ਤਾਂ ਮੈਨੂੰ ਉਹ ਸਟਰਗਲਸ ਦੇਖ ਕੇ ਲੱਗਦਾ ਵੀ ਇਹ ਕੋਈ ਬਾਹਲੀ ਵੱਡੀ ਗੱਲ ਨਹੀਂ ਹੁੰਦੀ। ਪਹਿਲੀ ਗੱਲ ਤਾਂ ਇਹ ਆ ਵੀ ਜਿਹੜੇ ਆਪਣੇ ਨਾ ਲੋਕਾਂ ਨੇ ਕਾਹੀ ਢੇਰੀ ਢਾਤੀ ਵੀ ਇਹ ਤਾਂ ਪਤਾ ਨਹੀਂ ਵੀ ਜਾ ਕੇ ਸਭ ਨੇ ਟਰੱਕ ਹੀ ਚਲਾਉਣਾ। ਮਾੜੀ ਗੱਲ ਨਹੀਂ ਹੈਗੀ ਉਹ ਵੀ ਟਰੱਕ ਚਲਾਉਣਾ ਕੋਈ ਜਿਹੜਾ ਚਲਾਉਂਦਾ, ਬਟ ਵੀ ਸਭ ਨੇ ਟਰੱਕ ਹੀ ਚਲਾਉਣਾ। ਇਹ ਵੀਜ਼ਾ ਆਪਾਂ ਜਾ ਕੇ ਵੀ ਆਪਾਂ ਤਾਂ ਇਹ ਜਿਹੜਾ 30,000 40,000 ਆਪਾਂ ਸਟੂਡੈਂਟ ਵੀਜ਼ੇ ਤੇ ਲਾਉਣਾ, ਤੇ ਇਹ ਸਿਰਫ ਆਪਾਂ ਇਸੇ ਵਾਸਤੇ ਲਾਉਣਾ ਵੀ ਇਹ ਐਂਟਰੀ ਟੂ ਕੈਨੇਡਾ। ਜਦੋਂ ਦੀ ਆਹ ਪ੍ਰੋਬਲਮ ਆਈ ਆ ਨਾ, ਮੈਂ ਰੋਜ਼ ਇਹ ਚੀਜ਼ ਫੇਸ ਕਰਦਾ। ਮੈਨੂੰ ਰੋਜ਼ 2 ਕਾਲਾਂ ਆਉਂਦੀਆਂ ਨੇ, ਇੰਨੇ ਸੋਹਣੇ ਨੰਬਰ ਹੁੰਦੇ ਨੇ, ਮੈਂ ਉਹਨਾਂ ਨੂੰ
ਮੈਂ ਵੱਡੇ ਕਾਲਜ ਸੁਜੈਸਟ ਕਰਦਾ, ਮੈਂ ਉਹਨਾਂ ਨੂੰ ਕਹਿੰਦਾ ਮੈਂ ਤੁਹਾਨੂੰ ਹੰਬਰ 'ਚ ਭੇਜਦਾ, ਮੈਂ ਤੁਹਾਨੂੰ ਸ਼ੈਰੀਡਨ 'ਚ ਭੇਜਦਾ। ਉਹ ਕਹਿੰਦੇ ਨਾ ਜੀ, ਸਾਨੂੰ ਉਹੀ 2 ਕਮਰੇ ਵਾਲਾ ਕਾਲਜ ਦਵਾਓ ਸਾਨੂੰ। ਅੱਛਾ, ਮੈਂ ਉਹਨਾਂ ਨੂੰ ਕਹਿੰਦਾ ਵੀ ਫਿਰ ਤੁਸੀਂ ਜੇ ਜਾਣਾ ਹੀ ਆ ਕੈਂਬਰੀਅਨ 'ਚ ਜਾਣਾ, ਤੁਸੀਂ ਕੈਂਬਰੀਅਨ ਮੇਨ ਕੈਂਪਸ ਜਾਓ, ਵਨ ਆਫ ਦਾ ਵਰਲਡ ਕਲਾਸ ਇੰਸਟੀਟਿਊਟ ਆ। ਕੈਨਾਡੋਰ ਜਾਣਾ, ਤੁਸੀਂ ਨਾਰਥ ਵੇ ਜਾਓ। ਬਟ ਨਹੀਂ, ਉਹਨਾਂ ਨੇ ਜਾਣਾ ਉਸ 2 ਕਮਰੇ ਵਾਲੇ ਕਾਲਜ 'ਚ। ਹੁਣ ਉਹ ਆ ਨਾ ਵੀ ਮੈਂ ਪਰਸਨਲੀ ਵੀ ਸਮਝਾਉਣਾ, ਮੈਂ ਤਾਂ ਇੱਥੇ ਹੁਣ ਆਪਣੇ ਚੈਨਲ ਤੇ ਮੈਂ ਪਬਲਿਕਲੀ ਵੀ ਕਹਿ ਰਿਹਾ ਵੀ ਉਹਦਾ ਕੋਈ ਫਾਇਦਾ ਨਹੀਂ। ਤੁਸੀਂ 30,000 ਸਿੱਟਣਾ, ਉਹ ਸਿੱਟ ਦੋ। ਉਹੀ ਈਸੀ ਦਾ ਕੋਰਸ ਤੁਸੀਂ ਕੈਨਾਡੋਰ ਚੋਂ ਕਰੋਗੇ, ਤੁਹਾਡੀ ਪਲੇਸਮੈਂਟ ਹੈ ਨਹੀਂ। ਉਹੀ ਸ਼ੈਰੀਡਨ ਚੋਂ ਕਰ ਲਓ, ਪਲੇਸਮੈਂਟ ਦੀ ਮੈਂ ਗਰੰਟੀ ਲੈਂਦਾ, ਮੈਂ ਕਰਵਾ ਕੇ ਦੇਵਾਂਗਾ। ਆਓ ਬਾਈ ਜੀ, ਗੱਲ ਉਹੀ ਆ ਗਈ ਕਿ ਅਸੀਂ ਰੋਂਦੇ ਮਰ ਗਏ ਵੀ ਬਾਈ ਨਾ ਜਾਓ, ਨਾ ਕਰੋ, ਨਾ ਕਰੋ। ਇਹਨਾਂ ਨੇ ਲੱਤ ਉੱਥੇ ਫਸਾਉਣੀ ਆ। ਪਰ ਸਾਨੂੰ ਖੇਦ ਆ ਕਿ ਠੀਕ ਹੈ, ਚਲੋ ਜਿਹੜੀਆਂ ਚੀਜ਼ਾਂ ਹੋ ਗਈਆਂ ਅਸੀਂ ਮੰਨਦੇ ਹਾਂ, ਪਰ ਸਾਡੇ ਜਿਹੜੇ ਇੱਥੇ ਬੈਠੇ ਸਟੂਡੈਂਟ ਭਾਈਚਾਰਾ ਉਹ ਵੀ ਸਪੋਰਟ ਨਹੀਂ ਕਰਕੇ ਰਾਜੀ। ਵੀ ਉਹ ਵੀ ਦੱਸਦਾ ਨਹੀਂ ਆ ਵੀ ਪ੍ਰੋਬਲਮ ਭਾਈ ਫਲਾਨੀ ਪ੍ਰੋਬਲਮ ਆ ਰਹੀ ਆ, ਤੁਸੀਂ ਨਾ ਆਓ। ਠੀਕ ਹੈ, ਉਹ ਤੇ ਉੱਥੇ ਬੈਠੇ ਜਾਣੀ ਕਿ ਇਹ ਕਹਿੰਦੇ ਵੀ ਚੱਲ ਕੋਈ ਨਾ, ਦੂਜਾ ਵੀ ਆਉਂਦਾ ਉਹ ਵੀ ਫਸੇ ਤੇ ਅਸੀਂ ਤਾਂ ਫਸੇ ਹੀ ਆ। ਇੱਥੇ ਬੈਠੇ ਵਾਲਾ ਸਿਮਰ, ਮੈਂ ਹੋਰ ਗੱਲ ਦੱਸਦਾ ਵੀ ਇੱਥੇ ਬੈਠੇ ਵਾਲੇ ਆ ਕੇ ਸਟੂਡੈਂਟਸ ਨੂੰ ਮੁਕਰਾ ਦਿੰਦੇ ਆ। ਬੰਦਾ ਗਿਆ ਨਹੀਂ ਹੁੰਦਾ ਕਾਲਜ 'ਚ, ਜੇ ਉਹਨੂੰ ਕਹਿੰਦੇ ਆ ਤਾਂ ਕਾਲਜ ਹੀ ਬਹੁਤ ਮਾੜਾ। ਸ਼ੈਰੀਡਨ ਹੰਬਰ ਤਾਂ ਫੇਲ ਹੀ ਬਹੁਤ ਕਰਦੇ ਆ। ਤੂੰ ਸਾਡੇ ਵਾਲੇ ਚਾਹ ਦੇਖ, ਅਸੀਂ ਹਫ਼ਤੇ 'ਚ 2 ਦਿਨ ਜਾਂਦੇ ਹਾਂ, ਅਸਾਈਨਮੈਂਟ ਕੋਈ ਨਹੀਂ, ਚੱਕਰ ਹੀ ਕੋਈ ਨਹੀਂ। ਤੂੰ ਦੇਖ, ਐਸ਼ ਕਰ, ਕੰਮ ਕਰ, ਪੈਸੇ ਕਮਾ। ਪਰ ਹੁਣ ਮਸਲਾ ਉਹ ਆ ਨਾ ਵੀ ਮੈਂ ਤੁਹਾਨੂੰ ਐਗਜ਼ਾਮਪਲ ਦੇ ਦਿੰਦਾ ਵੀ ਸ਼ੈਰੀਡਨ 'ਚ ਪੜ੍ਹਿਆ ਬੰਦਾ 1 ਲੱਖ ਦੀ ਜੌਬ ਤੇ ਲੱਗਿਆ ਹੋਇਆ, ਤੇ ਤੁਸੀਂ ਮੈਨੂੰ ਐਗਜ਼ਾਮਪਲ ਦਿਓ ਵੀ ਇੱਧਰ ਵਾਲਾ ਪੜ੍ਹਿਆ ਬੰਦਾ ਕਿਹੜਾ ਲੱਗਿਆ। ਬਾਈ ਜੀ, ਇਹੀ ਤਾਂ ਕਮੀ ਹੈ, ਇਹੀ ਤਾਂ ਅਸੀਂ ਸਮਝਾਉਂਦੇ ਮਰ ਗਏ ਹਾਂ। ਠੀਕ ਹੈ ਬਾਈ ਜੀ, ਅੱਜ ਮੈਂ ਇੱਕ ਨਿੱਕਾ ਜਿਹਾ ਐਗਜ਼ਾਮਪਲ ਲੈਣਾ। ਠੀਕ ਹੈ, ਅਮਨ ਬਾਈ ਜੀ ਹੁਣੀ ਮੈਂ ਵੀ ਉੱਥੋਂ ਹੀ ਆਇਆ, ਅਮਨ ਬਾਈ ਜੀ ਹੁਣੇ ਵੀ ਉੱਥੋਂ ਹੀ ਆਏ। ਸਾਡੀ ਸੋਚ ਦੇ ਵਿੱਚ ਕੀ ਫਰਕ ਤੁਸੀਂ ਇਹ ਚੀਜ਼ ਨਹੀਂ ਦੇਖ ਸਕਦੇ। ਅਸੀਂ ਸੋਚਦੇ ਹਾਂ ਕਿ ਠੀਕ ਹੈ ਵੀ ਆਪਾਂ ਪ੍ਰੋਗਰੈਸ ਕਰਨ ਆਏ ਹਾਂ ਇੱਥੇ, ਬਿਲਕੁਲ ਆਪਾਂ ਕਿਸੇ ਕਿਤੇ ਨੂੰ ਮਾੜਾ ਨਹੀਂ ਕਹਿੰਦੇ। ਠੀਕ ਹੈ, ਵਧੀਆ ਗੱਲ ਆ। ਠੀਕ ਹੈ, ਮਿਹਨਤ ਕਰੋ, ਤੁਸੀਂ ਸਟੱਡੀ ਕੀਤੀ ਹੈ, ਇੱਥੇ ਜੌਬ ਲੱਭੋ ਯਾਰ। ਠੀਕ ਹੈ, ਹੁਣ ਸਭ ਤੋਂ ਵੱਡੀ ਗੱਲ ਕਰਦੇ ਨੇ ਸਪਾਊਸ ਵਾਲਿਆਂ ਦੀ। ਠੀਕ ਹੈ, ਹੁਣ ਜੌਬਾਂ ਨਹੀਂ ਲੱਭਦੀਆਂ, ਨਾ ਕਿ AOB ਲੈਵਲ ਦੀਆਂ। ਮੈਂ ਮੰਨਦਾ ਕਿ ਇਹਦੇ ਵਾਸਤੇ ਪੈਮਾਨਾ ਹੋਣਾ ਚਾਹੀਦਾ ਵੀ ਇੰਨੀ ਤੁਹਾਡੀ ਪੇਮੈਂਟ ਹੋਣੀ ਚਾਹੀਦੀ, ਆਹ ਕੁਛ ਹੋਣਾ ਚਾਹੀਦਾ। ਵੀ ਇਹਦਾ ਜਾਣੀ ਕਿ ਡਿਸਐਡਵਾਂਟੇਜ ਬਹੁਤ ਜ਼ਿਆਦਾ ਹੋ ਰਹੇ ਨਾ ਕਿ AOB ਲੈਵਲ ਦੀ ਜੌਬ ਕਰਕੇ, ਵੀ ਬਹੁਤ ਜ਼ਿਆਦਾ ਪੈਸਾ ਲਿਆ ਜਾ ਰਿਹਾ ਜਿਹੜੇ ਐਪਲੀਕੈਂਟ ਆ ਉਹਨਾਂ ਤੋਂ ਜੌਬ PR ਲੈਣ ਵਾਸਤੇ। ਇਹ ਚੀਜ਼ ਨਹੀਂ ਹੋਣੀ ਚਾਹੀਦੀ। ਬਟ ਬਾਈ ਜੀ, ਆਪਾਂ ਸਟੱਡੀ ਕੀਤੀ, ਆਪਾਂ ਸਾਰਾ ਸਾਲ ਜਾਂਦੇ ਹੀ ਨਹੀਂ। ਠੀਕ ਹੈ, ਉਸ ਸਟੱਡੀ ਦੀ ਰੈਲੇਵੈਂਸੀ ਚਲੋ ਹੋਰ ਨਹੀਂ ਹੋ ਗਿਆ। ਬਾਈ ਜੀ, ਮੇਨ ਗੱਲ, ਮੈਂ ਕੈਸ਼ ਨੂੰ ਮਾੜਾ ਨਹੀਂ ਕਹਿੰਦਾ। ਸਰਵਾਈਵ ਕਰਨ ਵਾਸਤੇ ਸਾਰੀਆਂ ਚੀਜ਼ਾਂ ਕਰਨੀਆਂ ਪੈਂਦੀਆਂ, ਆਪਾਂ ਵੀ ਕੀਤੀਆਂ ਹੋਣਗੀਆਂ। ਬਿਲਕੁਲ ਬਿਲਕੁਲ ਠੀਕ ਹੈ, ਬਟ ਇੱਕ ਗੱਲ ਹੁੰਦੀ ਹੈ, ਕਹਿੰਦੇ ਹੁੰਦੇ ਕਿ ਤੁਸੀਂ ਕਿਸੇ ਦੇ ਅੱਗੇ ਹੱਥ ਕਿਉਂ ਅੱਡਣੇ ਆ ਜੇ ਤੁਸੀਂ ਪਹਿਲਾਂ ਹੀ ਆਪਣੇ ਆਪ ਨੂੰ ਦੇਖ ਲਓ। ਨਹੀਂ, ਬਿਲਕੁਲ ਸਹੀ ਗੱਲ ਆ ਜੀ। ਮਸਲਾ ਉਹੀ ਆ ਨਾ ਵੀ ਦੇਖੋ, ਤੁਸੀਂ ਸ਼ਾਰਟ ਟਰਮ 'ਚ ਸੌਖੇ ਰਹਿਣਾ ਚਾਹੁੰਦੇ ਹੋ ਜਾਂ ਲੌਂਗ ਟਰਮ 'ਚ। ਤੇ ਇਹ ਨਹੀਂ ਵੀ ਮੈਂ ਹੰਬਰ 'ਚ ਆਇਆ ਸੀ ਸਟੱਡੀ ਕਰਨ, ਤੇ ਆਪਾਂ ਸਾਰਾ ਕੁਛ ਆ ਕੇ ਕੀਤਾ, ਕੰਮ ਵੀ ਕੀਤਾ, ਜਮਾ ਕੋਈ ਉਹਦੇ 'ਚ ਉਹ ਨਹੀਂ ਹੈਗਾ। ਬਟ ਜਿਸ ਦਿਨ ਆਪਾਂ ਪਾਸ ਹੋਏ, ਮੈਂ 1 ਰੁਪਈਆ ਨਹੀਂ ਦਿੱਤਾ ਕਿਸੇ ਨੂੰ ਜੌਬ ਲੈਣ ਦਾ। ਉਸ ਜੌਬ ਤੋਂ ਮੈਂ ਸ਼ੁਰੂ ਕਰਕੇ ਮੈਨੇਜਰ ਦੀ ਉਹਦੇ ਤੇ ਗਿਆ, ਤੇ ਉਹ ਮਤਲਬ ਉਹ ਬੰਦੇ ਨੂੰ ਕਮਾ ਕੇ ਦਿੱਤਾ, ਉਹਦੀਆਂ ਕਲੀਨਿਕਾਂ ਹੋਰ ਵਧਾ ਕੇ ਦਿੱਤੀਆਂ ਨੇ। ਤੇ ਉਹ ਤੁਹਾਡੇ ਕੋਲ ਸਕਿੱਲ ਆ, ਤੁਹਾਨੂੰ 4 ਬੰਦੇ ਹੋਰ ਹਾਇਰ ਕਰਦੇ ਆ। ਗੱਲ ਬਾਈ ਤਾਂ ਜੀ ਸਕਿੱਲ ਡਿਵੈਲਪ ਕਰਨ ਦੀ ਹੈ ਨਾ। ਬਾਈ ਜੀ, ਸਾਡੇ ਵਾਲੇ ਤਾਂ ਰੋਈ ਇਹ ਜਾਂਦੇ ਆ ਕਿ ਫਲਾਨਾ ਜੌਬ ਨਹੀਂ ਦੇਣਦੇ ਜੀ, ਜੌਬ ਹੈ ਨਹੀਂ ਆ। ਕਿਉਂਕਿ ਅਸੀਂ ਇੱਕ ਥਾਂ, ਅੱਜ ਤੁਸੀਂ ਗੱਲ ਕੀਤੀ ਆ ਵੀ ਬੰਦਾ ਇੱਕ ਥਾਂ ਕਿਹਦੇ ਨਾਲ ਵੀ ਗੱਲ ਕਰਦਾ, ਜਿਹਦੇ ਨਾਲ ਵੀ ਰਹਿੰਦਾ, ਉਹਨੂੰ ਐ ਹੁੰਦਾ, ਭਰੋਸਾ ਹੁੰਦਾ ਵੀ ਭਾਈ ਇਹ ਮੈਨੂੰ ਸੰਭਾਲ ਲੂਗਾ, ਮੈਂ ਇਹਨੂੰ ਆਫਰ ਕਰ ਦੇਣਾ। ਹੁਣ ਸਾਡੇ ਵਾਲਿਆਂ ਦਾ ਯਕੀਨ ਇਹ ਬਣ ਚੁੱਕਿਆ ਕਿ PR ਮਿਲੀ ਨਹੀਂ ਛੱਡਤਾ। ਬਿਲਕੁਲ ਨਹੀਂ ਬਾਈ ਜੀ, ਜੌਬ ਕਿਉਂ ਨਹੀਂ ਹੈਗੀ? ਜੌਬ ਫ੍ਰੀ ਦੇ ਵਿੱਚ ਆਪਾਂ ਉਹਦੇ ਗੱਲ ਕਰਦੇ ਸੀ। ਜੌਬ ਪਾਵਲ ਰਿਵਲ 'ਚ ਸਾਡੇ ਕੋਲ ਸੁਪਰਵਾਈਜ਼ਰ ਦੀਆਂ ਜੌਬਸ ਨੇ ਜੀ, 1 ਰੁਪਈਆ ਨਹੀਂ ਲੈਂਦੇ। ਟਿਮ ਹਾਰਟਨ ਤੇ ਲਵਾਵਾਂਗੇ, ਆਓ। ਸਿਮਰ ਨੂੰ ਰਿਜ਼ਿਊਮ ਭੇਜ ਦਿਓ, ਇਹਨਾਂ ਨੂੰ ਵੀ ਜਾਣਦੇ ਏਮਪਲਾਇਰ ਉਹ। ਬਾਈ ਜੀ, ਤੇ ਇਹਨਾਂ ਨੂੰ ਕਹਿਣ ਦਾ ਬਾਈ ਜੀ ਕੋਈ ਫਾਇਦਾ ਨਹੀਂ ਆ। ਇੱਕ ਨਾ ਰੌਲਾ ਦੱਸਾਂ ਕੀ ਆ, ਕਿ ਇਹਨਾਂ ਨੇ ਜਾਣਾ ਨਹੀਂ ਉੱਥੇ। ਹੁਣ ਉਹ ਆ ਨਾ ਵੀ ਕਿਸੇ ਇੱਕ ਪਾਸੇ ਤਾਂ ਔਖਾ ਹੋਣਾ ਪਊਗਾ। ਦੇਖੋ ਬਾਈ ਜੀ, ਉਹ ਗੱਲ ਮੈਂ ਕਈ ਦਿਨ ਪਹਿਲਾਂ ਵੀ ਇਹ ਕਹਿ ਕੇ ਹਟਿਆ। ਉੱਥੇ 3-4 ਨੇ ਮੈਨੂੰ ਫੋਨ ਕੀਤਾ, ਮੈਂ ਕਿਹਾ ਬਾਈ ਜੀ ਤੁਸੀਂ ਜਾਓ, ਸਿੱਧਾ ਜਾ ਕੇ ਰੁਪਈਆ ਨਹੀਂ ਲੈਣਾ ਤੁਹਾਡੇ ਤੋਂ, ਤੁਸੀਂ ਆਰਾਮ ਨਾਲ ਬੈਠੋ, ਜਾ ਕੇ ਗੱਲ ਕਰੋ ਜਾ ਕੇ। ਤੇ ਕਹਿੰਦੇ ਜੀ ਨਹੀਂ ਜੀ, ਐ ਨਹੀਂ ਆ, ਉਹ ਦੂਰ ਬੜੀ ਆ, ਸਾਡੇ ਤੋਂ ਜਾਇਆ ਨਹੀਂ ਜਾਣਾ। ਮੈਂ ਕਿਹਾ ਵੀ ਠੀਕ ਹੈ, ਹੁਣ ਘਰੇ ਬੈਠਿਆ ਤਾਂ ਮੈਂ ਮੂੰਹ 'ਚ ਬੁਰਕੀ ਪਾਉਣ ਰਿਹਾ। ਸਿਮਰ ਸੌਰੀ, ਮੈਂ ਟੋਕ ਰਿਹਾ। ਜਿੰਨਾ ਪੰਜਾਬ ਤੋਂ ਕੈਨੇਡਾ, ਉਹ ਤੋਂ ਕੈਨੇਡਾ ਦੇ ਵਿੱਚ ਕੋਈ ਚੀਜ਼ ਦੂਰ ਹੈ? ਮੈਨੂੰ ਨਹੀਂ ਲੱਗਦੀ ਬਾਈ। ਆਪਾਂ ਪੰਜਾਬ ਤੋਂ ਕੈਨੇਡਾ ਆ ਗਏ ਤਾਂ ਫਿਰ ਬਰੈਂਪਟਨ ਜਾਂ ਸਰੀ ਚੋਂ ਨਿਕਲਣ ਦੇ ਉੱਪਰ ਕੀ ਪ੍ਰੋਬਲਮ ਕੀ ਆ? ਮੈਨੂੰ ਤਾਂ ਸਮਝ ਨਹੀਂ ਆਉਂਦੀ ਇਹ ਗੱਲ। ਇੱਥੇ ਆਪਣੀ ਫੈਮਿਲੀ ਆ, ਕੋਈ ਖੇਤ ਨੇ ਆਪਣੇ। ਜੇ ਆਪਾਂ ਪਿੰਡ ਹੀ ਛੱਡਿਆ ਏ, ਇੱਥੇ ਆਪਣਾ ਕੀ ਰੱਖਿਆ?
ਪਰ ਬਾਈ ਜੀ ਹੁਣ ਕਹੀਏ ਕੀ ਦੱਸੋ, ਇਹਨਾਂ ਨੇ ਤੇ ਥੱਲੇ ਜਾਣੀ ਕਿ ਐਂ ਕਹਿ ਦੇਣਾ ਵੀ ਐਂ ਨਹੀਂ, ਇਹ ਦੋਨੇ ਬੰਦੇ ਹੈਗਾ ਸਾਨੂੰ ਬਾਈ ਜੀ ਨਾ ਤੁਹਾਡੇ ਤਾਈਂ ਇਹ ਹੋਣਾ ਕਿ ਸਾਡਾ ਜਾਣੀ ਕਿ ਜੈ ਜੈਕਾਰ ਹੋ ਜਾਣੀ ਹੈ, ਵੀ ਸਾਡੇ ਇੰਡੀਆ ਵਾਲੇ ਮੰਤਰੀਆਂ ਤਰ੍ਹਾਂ ਸਾਡੀ ਬੱਲੇ ਬੱਲੇ ਹੋ ਜਾਣੀ ਆ, ਅਸੀਂ ਟਰੂਡੋ ਸਾਹਿਬ ਦੀ ਥਾਂ ਤੇ ਬਹਿ ਜਾਣਾ ਜਾਂ ਇਮੀਗ੍ਰੇਸ਼ਨ ਮਿਨਿਸਟਰ ਦੀ ਥਾਂ ਤੇ ਅਸੀਂ ਬਹਿ ਜਾਣਾ। ਸਾਡੀ ਉਹੀ ਜ਼ਿੰਦਗੀ ਆ, ਕਿੱਤਾ ਕਰਨਾ, ਸਾਡਾ ਜੋ ਕੰਮ ਕਰਨਾ ਅਸੀਂ ਕਰਨਾ। ਤੇ ਬਾਈ ਜੀ ਹੁਣ ਆਪਾਂ ਸਵਾਲਾਂ ਵਾਲਾ ਚੌਥੇ ਸਵਾਲ ਵਾਲਾ ਆ ਜਾਈਏ ਕਿ ਚੇਂਜਸ ਹੋਣਗੇ IRCC ਦੇ ਵਿੱਚ, ਲਾਜ਼ਮੀ ਹੋਣਗੇ, ਇਹਨਾਂ ਦਾ ਫਾਇਦਾ ਜਿਹੜੀਆਂ ਸਪਾਊਸਲ ਓਪਨ ਵਰਕ ਪਰਮਿਟ ਵਾਲੇ ਆ, ਵਰਕ ਪਰਮਿਟ ਵਾਲੇ ਆ, ਜਾਂ ਸਟੱਡੀ ਪਰਮਿਟ ਵਾਲੇ ਹੋ ਗਏ, ਜਾਂ ਸਪਾਊਸਲ PR ਵਾਲੇ ਜਿਨ੍ਹਾਂ ਵਾਸਤੇ ਚੰਗੀ ਖਬਰ ਆਈ ਆ, PR ਵਾਲੇ ਐਪਲੀਕੈਂਟ ਆ ਜਿਨ੍ਹਾਂ ਵਾਸਤੇ ਵੀ ਆਪਾਂ ਚੰਗੀ ਮੰਨ ਲੈਂਦੇ ਆ। ਬਿਲਕੁਲ ਬਿਲਕੁਲ। ਤੇ ਇਹਨਾਂ ਸਾਰਿਆਂ ਦਾ ਫਾਇਦਾ ਅੱਗੇ ਜਾ ਕੇ ਹੋਊਗਾ, ਬਟ ਸ਼ਾਰਟ ਟਰਮ ਦੇ ਵਿੱਚ ਅਸੀਂ ਦੇਖਦੇ ਹਾਂ ਤਾਂ ਸਾਨੂੰ ਕਿਸ ਚੀਜ਼ ਦੀ ਉਮੀਦ ਕਰਨੀ ਚਾਹੀਦੀ ਆ ਆਉਣ ਵਾਲੇ 2 ਜਾਂ 3 ਮਹੀਨਿਆਂ ਦੇ ਵਿੱਚ? ਸੋ ਆਉਣ ਵਾਲੇ 2-3 ਮਹੀਨਿਆਂ ਦੇ ਵਿੱਚ ਇੱਕ ਤਾਂ ਜੀ ਜਿਹੜੀ ਮੈਨੂੰ ਗੱਲ ਲੱਗਦੀ ਆ ਵੀ ਇਹਨਾਂ ਦੇ ਜਿਹੜੇ ਇਮੀਡੀਏਟ ਕੰਸਰਨਸ ਨੇ, ਸੋ ਇਮੀਡੀਏਟ ਕੰਸਰਨ ਦੇ ਵਿੱਚ ਇੱਕ ਤਾਂ ਉਹੀ ਮਤਲਬ ਉਹਦੇ 'ਚ ਸਪਾਊਸਲ ਓਪਨ ਵਰਕ ਪਰਮਿਟ ਵਾਲੇ ਵੀ ਇਨਡਾਇਰੈਕਟਲੀ ਕੰਸਰਨ ਉਹਨਾਂ ਦੇ ਹੈਗੇ, ਕਿਉਂਕਿ ਉਹਨਾਂ ਦੇ ਸਪਾਊਸਸ ਨੇ ਇੱਥੇ PR ਹੋਣਾ। ਸੋ ਇਮੀਡੀਏਟ ਕੰਸਰਨ ਇੱਕ ਤਾਂ ਇਹ ਹੈ ਕਿ CEC ਨਹੀਂ ਚੱਲ ਰਿਹਾ, ਤੇ CEC ਨੂੰ ਚਲਾਉਣਾ ਕਿਵੇਂ ਆ? CEC ਨੂੰ ਚਲਾਉਣ ਵਾਸਤੇ ਇਹਨਾਂ ਨੂੰ ਪਹਿਲਾਂ PR ਵਾਲਾ ਬੈਕਲੌਗ ਖਤਮ ਕਰਨਾ ਪੈਣਾ। ਸੋ ਇੱਕ ਤਾਂ ਆਪਾਂ ਇਹ ਦੇਖ ਸਕਦੇ ਹਾਂ ਵੀ TR to PR ਵਾਲਾ ਜਿਹੜਾ ਸਿਸਟਮ ਹੈ ਉਹਦੇ ਰਿਜ਼ਲਟ ਹੈ ਜਿਹੜੇ ਉਹ ਆਉਣ ਵਾਲੇ ਕੁਛ ਟਾਈਮ ਦੇ ਵਿੱਚ ਤੇਜ਼ ਹੋਣਗੇ। ਜਿਵੇਂ ਆਪਾਂ ਨੇ ਦਸੰਬਰ ਦੇ ਵਿੱਚ ਵੀ ਹਾਂ ਰੋਜ਼ ਹੀ ਇੰਨੇ ਰਿਜ਼ਲਟ ਡਿੱਗਦੇ ਸੀ, ਉਹ ਹੋਊਗਾ 100% ਹੋਊਗਾ, ਉਹਦੇ ਤੇ ਮੈਂ ਬਹੁਤ ਕੌਨਫੀਡੈਂਟ ਆ। ਦੂਜਾ ਜਿਹੜਾ CEC ਆ ਉਹਦੇ ਬਾਰੇ ਵੀ ਆਪਾਂ ਨੂੰ ਵੈਸੇ ਤਾਂ ਫੈਬਰਵਰੀ ਦੇ ਵਿੱਚ ਹੁਣ ਪਤਾ ਲੱਗ ਹੀ ਜਾਣਾ, ਬਟ ਇਹ ਆ ਵੀ ਉਹ ਪਹਿਲਾਂ 11 ਫੈਬਰਵਰੀ ਸੀ, ਹੁਣ ਸ਼ਾਇਦ 14 ਜਾਂ 15 ਫੈਬਰਵਰੀ ਨੂੰ ਉਹ ਕਹਿ ਰਹੇ ਆ ਵੀ ਜਿੱਦੇ ਇਹਨਾਂ ਨੇ ਕਰਨੇ ਆ ਨਵੇਂ ਵੀ ਪ੍ਰੋਗਰਾਮ ਵੀ ਦੱਸਣਾ ਵੀ ਕੀ ਵਿਜ਼ਨ ਆ, ਬਟ ਉਹ ਹੋਊਗਾ ਪੱਕਾ 100%। ਉਹਦੇ ਨਾਲ ਕੀ ਆ ਵੀ ਉਹ ਦੋ ਚੀਜ਼ਾਂ ਜੇ ਤੁਰਦੀਆਂ ਕਿਤੇ ਨਾ ਕਿਤੇ, ਤਾਂ ਜੇ ਇਹ TR to PR ਹੀ ਇਕੱਲਾ ਖਤਮ ਕਰ ਲੈਂਦੇ ਆ ਤਾਂ ਵੀ ਇਹਨਾਂ ਕੋਲੇ ਬਹੁਤ ਜਿਹੜਾ ਇਹ ਆ ਵੀ ਫ੍ਰੀ ਹੋ ਜਾਣਗੇ ਆਫੀਸਰ, ਸਪੈਸ਼ਲੀ ਇਨ ਕੈਨੇਡਾ ਆਫੀਸਰ। ਇਨ ਕੈਨੇਡਾ ਆਫੀਸਰ ਫ੍ਰੀ ਹੁੰਦਾ ਤਾਂ ਉਹਦਾ ਮਤਲਬ ਇਹ ਹੁੰਦਾ ਵੀ ਜਿੰਨੀਆਂ ਜਿਹੜੀਆਂ ਆਪਣੀਆਂ ਦੂਜੀਆਂ ਫਾਈਲਾਂ ਨੇ ਟੈਂਪਰੇਰੀ ਰੈਜ਼ੀਡੈਂਟ ਵਾਲੀਆਂ, ਉਹ ਕਿਤੇ ਨਾ ਕਿਤੇ ਇੱਧਰ ਨੂੰ ਜਿਵੇਂ ਹੁਣ ਜਿਹੜੀਆਂ ਇੰਟਰਨਲ ਫਾਈਲਸ ਨੇ ਉਹਨਾਂ ਦੀ ਲੋਡ ਡਿਸਟਰੀਬਿਊਸ਼ਨ ਹੋ ਕੇ ਵੀ ਉਹ ਓਵਰਆਲ ਹੀ ਸਾਰਾ ਕੁਝ ਸੌਖਾ ਹੋ ਜਾਂਦਾ ਉਹਦੇ ਨਾਲ। ਸੋ ਇਹ ਆ। ਦੂਜਾ ਇਹਨਾਂ ਦਾ ਜਿਹੜਾ ਬਹੁਤ ਵੱਡਾ ਟਾਰਗੇਟ ਹੈਗਾ ਵੀ ਜਿਹੜੇ ਸਟੂਡੈਂਟ ਵੀਜ਼ੇ ਆ ਉਹਨਾਂ ਨੂੰ ਪੁਰਾਣੇ ਵਾਲੀ ਟਾਈਮ ਲਾਈਨ ਤੇ ਲੈ ਕੇ ਆਉਣਾ ਸੀ। ਪੁਰਾਣੇ ਵਾਲੀ ਟਾਈਮ ਲਾਈਨ ਵੀ ਉਹ ਗੋਲਡਨ ਟਾਈਮਸ ਹੁੰਦੇ ਸੀ, 20 ਦਿਨਾਂ 'ਚ ਵੀ ਰਿਜ਼ਲਟ ਆ ਜਾਂਦਾ ਸੀ। ਸੋ ਵੀ ਆਰ ਹੋਪਿੰਗ ਵੀ ਉਹ ਇਹ ਪਹਿਲਾਂ ਕਰਨਗੇ। ਆਲਰੇਡੀ ਜੋ ਹੋ ਗਿਆ ਜਿਹੜਾ ਨਵਾਂ ਪੋਰਟਲ ਹੈ TRV ਦਾ, ਜਿਹੜੇ ਆਪਣੇ ਸੁਪਰ ਵੀਜ਼ੇ ਨੇ ਉਹ ਬਹੁਤ ਫਾਸਟ ਆ ਰਹੇ ਨੇ। ਜਿਹੜੀਆਂ ਬਹੁਤ ਸਿੱਧੀਆਂ ਫਾਈਲਾਂ ਨੇ ਵਿਜ਼ਟਰ ਵੀਜ਼ੇ ਦੀਆਂ ਉਹ ਬਹੁਤ ਫਾਸਟ ਆ ਰਹੀਆਂ ਨੇ, ਮਤਲਬ ਉਹਨਾਂ 'ਚ ਹੈ ਅਜੇ ਵੀ ਐਵਰੇਜ ਹੀ ਆ ਵੀ 50% ਫਾਸਟ ਆ ਰਹੀਆਂ ਨੇ। ਜਿਹੜੀਆਂ ਸਿੱਧੀਆਂ ਚੱਲ ਰਹੀਆਂ ਨੇ 50 ਉੱਥੇ ਹੀ ਪੁਰਾਣੀ ਟਾਈਮ ਲਾਈਨ ਆ, ਬਟ ਐਟਲੀਸਟ 50 ਆਉਣ ਲੱਗ ਗਈਆਂ ਨੇ। ਮਤਲਬ ਉਹਨਾਂ ਦੇ ਵਿੱਚ ਕਈਆਂ ਦੇ ਵਿੱਚ ਮੈਂ ਦੇਖਦਾ ਹਾਂ ਵੀ 25 ਦਿਨਾਂ ਦੇ ਵਿੱਚ 30 ਦਿਨਾਂ ਦੇ ਵਿੱਚ ਵੀ ਰਿਜ਼ਲਟ ਆਏ ਆ ਵਿਜ਼ਟਰ ਵੀਜ਼ੇ ਵਾਲੇ ਜਿਹੜੇ ਆ ਰਹੇ ਆ। ਸੋ ਟ੍ਰਿਕਲ ਡਾਊਨ ਆ ਜੀ। ਟ੍ਰਿਕਲ ਡਾਊਨ ਆਪਣਾ ਕੀ ਹੁੰਦਾ ਵੀ ਜਿਵੇਂ ਆਪਾਂ ਚਾਹ ਪੁਣਦੇ ਆ ਨਾ, ਤਾਂ ਉਹ ਵਿੱਚ ਉਹਦੇ ਪੱਤੀ ਫਸ ਜਾਂਦੀ ਆ ਪਹਿਲਾਂ, ਤਾਂ ਉਹ ਜਿਹੜੀ ਮੋਟੀ ਮੋਟੀ ਹੁੰਦੀ ਆ ਉਹ ਲੰਘ ਜਾਂਦੀ ਆ, ਫਿਰ ਉਹ ਬਾਅਦ ਦੇ ਵਿੱਚ ਤੋਕਾ ਕਰਕੇ ਆਉਂਦੀ ਆ। ਸੋ ਇਹ ਜੇ ਮੋਟੀ ਮੋਟੀ ਲੰਘਦੀ ਆ ਉਹ ਤੋਕਿਆਂ ਨੂੰ ਤਾਂ ਹੀ ਥਾਂ ਮਿਲਣੀ ਆ, ਤੇ ਆਪਾਂ ਸਪਾਊਸਲ ਓਪਨ ਵਰਕ ਪਰਮਿਟ ਵਾਲੇ ਉਹ ਤੋਕਿਆਂ ਦੇ ਵਿੱਚ ਬੈਠੇ ਆ। ਸੋ ਜੇ ਆਪਾਂ ਬਾਹਲੀ ਦੂਰ ਨਾ ਜਾਈਏ ਤਾਂ ਮਤਲਬ ਵੀ ਮੈਂ 6 ਮਹੀਨੇ ਦਾ ਉਹ ਇਹਨੂੰ ਦਿੰਨਾ ਆ ਵੀ ਜੇ ਕੁਝ ਹੋਰ ਨਾ ਹੋਇਆ ਤਾਂ 6 ਮਹੀਨਿਆਂ ਦੇ ਵਿੱਚ ਇਹਨਾਂ ਨੇ ਇਹ ਸਾਰਾ ਸਿੱਧਾ ਕਰ ਲੈਣਾ। ਯਾਨੀ ਕਿ ਨਾਰਮਲ ਟਾਈਮਲਾਈਨਸ ਤੇ ਸਾਰੀਆਂ ਚੀਜ਼ਾਂ ਆ ਸਕਦੀਆਂ, ਐਟਲੀਸਟ ਜਿਹੜੀਆਂ ਪ੍ਰਾਇੋਰਟੀ ਨੇ। ਜੇ ਉਹ ਆਉਂਦੀਆਂ ਨੇ ਤਾਂ ਓਬਵੀਅਸਲੀ ਇਹ ਆ ਵੀ ਜੇ ਉਹਨੂੰ ਇਹ ਨਾਰਮਲ ਤੇ ਲੈ ਆਏ ਤਾਂ ਬਾਕੀਆਂ ਨੂੰ ਲਿਆਉਣ ਦੇ ਵਿੱਚ ਇਹਨਾਂ ਨੂੰ ਫਿਰ ਬਾਹਲਾ ਟਾਈਮ ਲੱਗਣਾ ਨਹੀਂ ਹੈਗਾ। ਬਾਈ ਜੀ ਇੱਕ ਹੋਰ ਲਾਸਟ ਸਵਾਲ ਬੜਾ ਪੁੱਛਿਆ ਜਾਂਦਾ ਵੀ ਕੇਅਰ ਗਿਵਰ ਦੇ ਰਿਜ਼ਲਟ ਜਿਹੜੇ ਬਹੁਤ ਸਲੋ ਆ ਰਹੇ ਨੇ 2018 ਦੀਆਂ, ਇਹ ਕਾਰਨ ਕੀ ਹੈ? ਕੇਅਰ ਗਿਵਰ ਜਿਹੜੇ ਲੋਕ ਤਾਂ ਸਪਾਊਸਲ ਕੀ ਜੀ ਆ ਹੀ ਨਹੀਂ ਰਹੇ, ਮੈਂ ਤਾਂ ਇਹ ਕਹਿਣਾ। ਤੇ ਇਹਦਾ ਜੀ ਹੱਲ ਵੀ ਦੇਖੋ ਕੁਛ ਅਜੇ ਦਿਖ ਨਹੀਂ ਰਿਹਾ। ਇਹਦੇ 'ਚ ਸਿਰਫ ਇਕੱਲੇ ਕੇਅਰ ਗਿਵਰ ਨਹੀਂ ਹੈਗੇ, ਮੈਂ ਇਹ ਦੱਸ ਦਿੰਦਾ ਜੇ ਥੋੜਾ ਜਿਹਾ ਹੌਸਲਾ ਹੋ ਜੇ ਉਹਨਾਂ ਨੂੰ। ਕੁਛ CEC ਵਾਲੇ ਰਿਜ਼ਲਟ ਵੀ ਨੇ 2020 ਦੇ ਜਿਨ੍ਹਾਂ ਨੂੰ 2 ਸਾਲ ਹੋ ਚੱਲੇ ਆ, ਤੇ ਕੇਅਰ ਗਿਵਰ ਵੀ ਹੈ। PNP ਵਾਲੇ ਵੀ ਕੁਛ ਹੈਗੇ ਆ। ਸੋ ਇਹਦੇ 'ਚ ਕਾਫੀ ਵੱਡੀ ਇਨਵੈਂਟਰੀ ਇਹੀ ਆ, ਬਟ ਹੁਣ ਮਸਲਾ ਉਹੀ ਆ ਵੀ ਇਹ ਲੋਕ ਫਸੇ ਕਿੱਥੇ ਆ ਕੇ, ਜਿੱਥੇ ਆ ਕੇ TR to PR ਆ ਜਾਂਦਾ ਤਾਂ ਇੱਕ ਮਤਲਬ ਉਹੀ ਆਪਦੇ ਜਿਹੜੇ ਹੁਣ ਡਾਟਾ ਐਟ ਦਾ ਐਂਡ ਜਿਹੜਾ ਸਰਕਾਰ ਨੇ ਦੇਣਾ ਸੀ ਉਹ ਦੇਣਾ ਸੀ ਵੀ ਅਸੀਂ ਇਸ ਸਾਲ ਦੇ ਵਿੱਚ 4 ਲੱਖ ਬੰਦਾ ਪੱਕਾ ਕਰਤਾ। ਠੀਕ ਆ ਜੀ। ਉਹਦੇ 'ਚ ਉਹ 90,000 ਉਹਨਾਂ ਦੀ ਪ੍ਰਾਇਰਟੀ ਸੀ
ਕੇਅਰ ਗਿਵਰ ਵਾਲੀ ਫਾਈਲ ਨੂੰ ਟਾਈਮ ਲੱਗਦਾ, ਕੇਅਰ ਗਿਵਰ ਵਾਲੀ ਫਾਈਲ ਮੋਰ ਕੰਪਲਿਕੇਟਡ ਹੁੰਦੀ ਆ। ਸੋ ਉਹ ਚੱਕਣ ਦੀ ਬਜਾਏ ਇਹਨਾਂ ਨੇ ਉਹ 90,000 ਨੂੰ ਕੱਢਣ ਦੀ ਕੀਤੀ, ਜਿੰਨੀ ਕਿ ਇਹਨਾਂ ਤੋਂ ਨਿਕਲੀ ਦਸੰਬਰ ਤੱਕ। ਦੈਟ ਵਾਜ਼ देयर ਅਗੇਨ KPI ਸੈੱਟ ਕਰਨਾ ਸੀ। ਹੁਣ ਕੀ ਪਰਫਾਰਮੈਂਸ ਇੰਡੀਕੇਟਰ ਇਹ ਆ ਵੀ ਜੀ ਅਸੀਂ ਪਿਛਲੇ ਸਾਲ ਦੇ ਵਿੱਚ 1.5 ਲੱਖ ਫਾਈਲ ਆ ਜਿਹੜੀ ਉਹ 1 ਮਹੀਨੇ 'ਚ ਨਵੇੜੀ, ਠੀਕ ਹੈ। ਉਹ ਨਵੇੜੀ ਜਾ ਕੇ ਨਵੰਬਰ ਤੇ ਦਸੰਬਰ ਦੇ ਵਿੱਚ, ਤੇ ਉਹ ਜਿਹੜੀ 1.5 ਲੱਖ ਫਾਈਲ ਸੀ ਉਹ ਫਾਈਲ ਨੇ ਇਹ ਕਿਹਾ ਵੀ ਹਾਂ ਅਸੀਂ ਦੇਖੋ ਜੀ ਕੀ ਕਮਾਲ ਕਰਤਾ ਹਨਾ। ਤੇ ਉਹਦੇ ਵਿੱਚ ਜਿਹੜੇ ਵਿਚਾਰੇ ਵਿਚਾਲੇ ਫਸ ਗਏ ਉਹ ਅਜੇ ਫਸੇ ਹੋਏ ਨੇ। ਸੋ ਉਹਨਾਂ ਦੀ ਵਾਰੀ ਹੁਣ ਮੈਨੂੰ ਲੱਗਦਾ ਵੀ ਉਦੋਂ ਹੀ ਆਉਣੀ ਆ ਜਦ ਇਹ ਪਹਿਲਾਂ ਆ ਸਾਰਾ ਕੁਝ ਕਲੀਅਰ ਹੋਊਗਾ। ਸੋ ਇਹਨਾਂ ਦੀ ਮੁੱਖ ਪ੍ਰਾਇਰਟੀ ਇਹੀ ਆ ਹੁਣ, ਜਿਹੜੀ 5 ਲੱਖ ਫਾਈਲ ਆਪਣੀ ਉਧਰ ਪਈ ਆ ਪਰਮਾਨੈਂਟ ਰੈਜ਼ੀਡੈਂਸ ਵਾਲੀ, ਤੇ ਕੇਅਰ ਗਿਵਰ ਉਸ ਦੇ ਵਿੱਚ ਹੀ ਨੇ। ਸੋ ਮੈਨੂੰ ਲੱਗਦਾ ਵੀ ਉਹ ਉਹੀ ਜਿਹੜੀ ਮੈਂ 6 ਮਹੀਨੇ ਦੀ ਟਾਈਮ ਲਾਈਨ ਦੇ ਰਿਹਾ ਵੀ ਉਹਨਾਂ ਤੇ ਹੁਣ ਕੁਝ ਹੋਊਗਾ ਇਹ ਤੋਂ ਬਾਅਦ। ਠੀਕ ਹੈ ਜੀ ਢਿੱਲੋਂ ਸਾਹਿਬ, ਤੁਸੀਂ ਆਏ ਤੇ ਇਹ ਸੀ ਅੱਜ ਸਾਡੇ ਵਾਲੇ ਸ਼ੋਅ ਦੇ ਵਿੱਚ RCIC ਅਮਨਦੀਪ ਸਿੰਘ ਢਿੱਲੋਂ। ਤੇ ਬਾਈ ਜੀ ICCRC ਪਹਿਲਾਂ ਹੁੰਦੇ ਸੀਗੇ, ਠੀਕ ਹੈ, ਉਹਦਾ ਨਾਮ ਚੇਂਜ ਕਰਕੇ ਉਹਨਾਂ ਨੇ CICC ਕਰਤਾ ਤੇ ਹਾਂਜੀ RCIC ਜਿਹੜਾ ਚੱਲੀ ਨਹੀਂ, ਜਾਂਦਾ RCIC ਉਹੀ ਆ, ਜਿਹੜਾ ICCRC ਉਹ CICC ਹੋ ਗਿਆ। ਹਾਂਜੀ ਹਾਂਜੀ ਹਾਂਜੀ, ਇਹ ਬੜਾ ਕੰਪਲੀਕੇਟਡ ਜਿਹਾ ਨਾਂ ਕਰਤਾ, ਪਹਿਲਾਂ ਬੜਾ ਈਜ਼ੀ ਹੁੰਦਾ ਸੀ, ਮੇਰੇ ਵਰਗਾ ਮਾਤੜ ਬੰਦਾ ਫਸ ਜਾਂਦਾ ਏਡਾ ਔਖਾ। ਤੇ ਬਾਕੀ ਬਾਈ ਜੀ ਧੰਨਵਾਦ ਤੁਹਾਡਾ, ਤੁਸੀਂ ਚਰਚਾ 'ਚ ਆਏ। ਤੇ ਬਾਈ ਜੀ ਹੁਣਾਂ ਨਾਲ ਜੇ ਤੁਹਾਡਾ ਕੋਈ ਵੀ ਗੱਲਬਾਤ ਕਰਨਾ ਚਾਹੁੰਦੇ ਆ, ਸਪਾਊਸਲ ਐਪਲੀਕੇਸ਼ਨ ਕਰਨਾ ਚਾਹੁੰਦੇ ਆ, PR ਪਰਮਾਨੈਂਟ ਰੈਜ਼ੀਡੈਂਸੀ ਹੋ ਗਈ, ਵਿਜ਼ਟਰ ਵੀਜ਼ਾ ਹੋ ਗਿਆ, ਬਾਈ ਜੀ ਕਰਦੇ ਨੇ। ਤੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ, ਉੱਥੇ ਸਾਨੂੰ ਫੋਲੋ ਅਪ ਕਰ ਸਕਦੇ ਹੋ। ਤੇ $100 ਉਹਨਾਂ ਦੇ ਚਾਰਜਸ ਆ। ਜੇ ਤੁਸੀਂ ਇਹ ਕਹੋ ਵੀ ਫਲਾਨੀ ਚੀਜ਼ ਫ੍ਰੀ ਆ ਫ੍ਰੀ ਦੇ ਵਿੱਚ, ਤਾਂ ਫਿਰ ਬਾਈ ਜੀ ਜਿਹੜੇ ਇੰਡੀਆ ਬੈਠੇ ਉਹ ਕਰ ਸਕਦੇ ਆ। ਤੇ ਤੁਹਾਡਾ ਟਾਈਮ ਖਰਾਬ ਹੋ ਸਕਦਾ, ਤੁਹਾਡਾ ਫਿਊਚਰ ਖਰਾਬ ਹੋ ਸਕਦਾ। ਤੇ ਢਿੱਲੋਂ ਸਾਹਿਬ ਕੋਈ ਹੋਰ ਤੁਹਾਡਾ ਕੋਈ ਜਾਂਦੇ ਜਾਂਦੇ ਕੋਈ ਗੱਲਬਾਤ ਕਹਿਣੀ ਹੋਵੇ ਇਹਨਾਂ ਨੂੰ ਸਾਰਿਆਂ ਨੂੰ? ਸੋ ਜਾਂਦੇ ਜਾਂਦੇ ਮੈਂ ਇੱਕ ਇਹ ਜ਼ਰੂਰ ਮੈਸੇਜ ਦਊਂਗਾ ਜੀ ਵੀ ਜੋ ਹੋਣਾ ਸੀ ਕਿਊਬਿਕ ਵਾਲੇ ਕੇਸ ਦੇ ਵਿੱਚ ਉਹ ਹੋ ਗਿਆ। ਉੱਥੇ ਇੱਕ ਕੁਝ ਨੌਜਵਾਨ NYSO ਕਹਿੰਦੇ ਨੇ ਆਪਣੇ ਆਪ ਨੂੰ, ਉਹ ਵਰੁਣ ਖੰਨਾ ਹੋਰੀ ਨੇ, ਅਮਿਤੋਜ ਨੇ, ਉਹ ਕਾਫੀ ਇਹਦੇ ਤੇ ਜ਼ੋਰ ਲਾ ਰਹੇ ਨੇ, ਪੋਲੀਟੀਕਲੀ ਵੀ ਕਾਫੀ ਕੁਝ ਕਰ ਰਹੇ ਨੇ। ਸੋ ਉਹਨਾਂ ਨੂੰ ਜਿੱਥੇ ਵੀ ਤੁਹਾਨੂੰ ਮਿਲਦਾ ਫੋਲੋ ਕਰੋ। ਉਹ ਕਿਊਬਿਕ ਦੇ ਵਿੱਚ ਆਉਣ ਵਾਲੇ ਦਿਨਾਂ 'ਚ ਕੁਝ ਰੈਲੀਆਂ ਕਰਨ ਜਾ ਰਹੇ ਨੇ। ਇੱਕ ਮਿਫੀ ਜਿਹੜਾ ਇਹਨਾਂ ਦੀ ਮਿਨਿਸਟਰੀ ਆ ਉਹਦੇ ਅੱਗੇ ਵੀ ਰੈਲੀ ਹੋਣ ਜਾ ਰਹੀ ਆ। ਸੋ ਉੱਥੇ ਤੋਂ ਵੀ ਪਹੁੰਚਿਆ ਜਾਂਦਾ ਪਹੁੰਚੋ, ਆਵਾਜ਼ ਬਣੋ, ਕਿਉਂਕਿ ਇਹ ਹੀ ਆ ਵੀ ਜੇ ਆਪਣੇ ਨਾਲ ਨਹੀਂ ਹੋਇਆ ਤਾਂ ਘੱਟੋ ਘੱਟ ਆਪਾਂ ਉਹਨਾਂ ਨਾਲ ਖੜ ਸਕਦੇ ਹਾਂ ਜਿਨ੍ਹਾਂ ਨਾਲ ਧੱਕਾ ਹੋਇਆ, ਜਾਂ ਅੱਗੋਂ ਕਿਸੇ ਨਾਲ ਨਾ ਹੋਵੇ। ਸੋ ਜ਼ਰੂਰ ਉਹਨਾਂ ਦੇ ਕੰਟੈਕਟ 'ਚ ਆਓ। ਉਹਨਾਂ ਦੇ ਤੁਹਾਨੂੰ ਇੰਸਟਾਗ੍ਰਾਮ ਪੇਜ ਵੀ ਮਿਲ ਜਾਣਗੇ, ਉਹ ਫੇਸਬੁੱਕ ਤੇ ਵੀ ਹੈਗੇ ਆ, ਤੇ ਜਿਹੜੇ ਲੋਕਲ ਮੌਂਟਰੀਅਲ ਦੇ ਵਿੱਚ ਹੈਗੇ ਆ ਉਹ ਵੈਸੇ ਵੀ ਉਹਨਾਂ ਨੂੰ ਕੰਟੈਕਟ ਕਰ ਸਕਦੇ ਆ। ਠੀਕ ਹੈ ਬਾਈ ਜੀ, ਤੁਸੀਂ ਆਏ, ਤੁਸੀਂ ਚਰਚਾ ਕੀਤੀ ਹੈ ਸਾਰੇ ਕੁਝ ਤੇ ਧੰਨਵਾਦ ਤੁਹਾਡਾ। ਤੇ ਸਾਨੂੰ ਵੀ ਦਿਓ ਇਜਾਜ਼ਤ ਜੀ, ਠੀਕ ਹੈ, ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ। ਬਾਕੀ ਜੇ ਵੀਡੀਓ ਚੰਗੀ ਲੱਗੀ ਟਿੱਪਣੀਆਂ ਜ਼ਰੂਰ ਥੱਲੇ ਦੇ ਦਿਓ, ਕਮੈਂਟ ਜ਼ਰੂਰ ਕਰ ਦਿਓ, ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਤੇ ਬਸ ਇਹੀ ਕੁਛ ਹੈ। ਠੀਕ ਹੈ ਜੀ, ਧੰਨਵਾਦ ਸਰ ਜੀ।